ਡਾਕਟਰ ਨਰਿੰਦਰ ਕਪੂਰ ਦੀ ਘਟਨਾਵਾਂ 'ਤੇ ਆਧਾਰਿਤ ਪੁਸਤਕ ਹੈ ਖਿੜਕੀਆਂ। ਪਹਿਲਾ, ਬੰਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜਾਨਵਰ ਮੌਜੂਦ ਹਨ, ਜਦੋਂ ਕਿ ਕਿਸੇ ਜਾਨਵਰ ਵਿੱਚੋਂ ਕਿਸੇ ਦੂਜੇ ਜਾਨਵਰ ਦੀ ਝਲਕ ਨਹੀਂ ਪੈਂਦੀ। ਕਈਆਂ ਨੇ ਕੁੱਤੇ ਪਾਲੇ ਹੁੰਦੇ ਹਨ, ਪਰ ਭੌਂਕਦੇ ਉਹ ਆਪ ਹਨ। ਉਂਝ ਵੀ ਉਹ ਜਾਨਵਰਾਂ ਵਾਂਗ ਬੋਲਦੇ ਹਨ। ਕੋਈ ਪਸ਼ੂ ਭਾਸ਼ਾ ਵਿੱਚ ਕਹਿ ਰਿਹਾ ਸੀ, ਕੱਲ੍ਹ ਸਵੇਰੇ ਮੈਨੂੰ ਟੱਕਰ ਪਿਆ, ਉਹ ਤਾਂ ਖਾ ਖਾ ਕੇ ਸੂਰ ਬਣਿਆ ਹੋਇਆ ਸੀ। ਸਾਨ ਵਾਂਗ ਪੂਰੀ ਸੜਕ ਮਲ ਕੇ ਟੁਰ ਰਿਹਾ ਸੀ। ਕਾਲੇ ਕੱਪੜਿਆਂ 'ਚ ਨਿਰਾ ਰਿੱਛ ਲੱਗਦਾ ਸੀ। ਜਦੋਂ ਮੈਂ ਕਿਹਾ, ਅੱਜ ਕੱਲ੍ਹ ਤੂੰ ਬੜੀ ਪੂਛ ਚੱਕੀ ਹੈ, ਤਾਂ ਬੱਕਰੀ ਵਾਂਗ ਮਿਆਂਕਣ ਲੱਗ ਪਿਆ। ਮੈਂ ਕਿਹਾ, ਖੱਚਰ ਵਾਂਗ ਅੜਨ ਦਾ ਕੀ ਲਾਭ? ਪਰ ਉਹ ਊਠ ਵਾਂਗ ਉਲਰ ਕੇ ਕਹਿਣ ਲੱਗਾ, ਓਏ ਟੂਏ, ਜੇ ਤੂੰ ਸੱਪ ਵਾਂਗ ਫੁੰਕਾਰੇ ਮਾਰਨੇ ਬੰਦ ਕਰੇ ਤਾਂ ਮੈਂ ਤੇਰੇ ਦਿਮਾਗ 'ਚੋਂ ਚਰਬੀ ਹਟਾਵਾਂ ਅਤੇ ਸਾਬਤ ਕਰਾਂ ਕਿ ਤੂੰ ਨਿਰਾ ਉੱਲੂ ਹੈ। ਮੈਂ ਕਿਹਾ, ਜਿਹੜੀ ਛਿਪਕਲੀ ਦੇ ਮਗਰ ਤੂੰ ਲੱਗਾ ਹੋਇਆ ਹੈ, ਉਹਦੇ ਆਲੇ ਦੁਆਲੇ ਪਹਿਲਾਂ ਹੀ ਕਈ ਭੂੰਡ ਮੰਡਲਾ ਰਹੇ ਹਨ। ਫਿਰ ਸਾਡੇ ਸਿੰਗ ਫਸ ਗਏ ਅਤੇ ਅਸੀਂ ਝੋਟਿਆਂ ਵਾਂਗ ਲੜੇ। ਮੈਂ ਉਹਦੀ ਬੜਕ ਹਮੇਸ਼ਾ ਵਾਸਤੇ ਬੰਦ ਕਰ ਦਿੱਤੀ ਹੈ। ਹੁਣ ਉਹ ਜਦੋਂ ਮਿਲਦਾ ਹੈ, ਮੈਨੂੰ ਮਗਰਮੱਛ ਵਾਂਗ ਵੇਖਦਾ ਹੈ। ਧੰਨਵਾਦ। ਨੈਕਸਟ, ਭਾਰਤ ਦੀ ਵਿਸ਼ਾਲ ਸੱਭਿਅਤਾ ਵਿੱਚ ਮਾਤਾ ਪਿਤਾ ਦੀ ਸੇਵਾ ਸਰਵਣ ਕੁਮਾਰ ਦੀ ਪ੍ਰਸਿੱਧ ਹੈ। ਮਿੱਤਰਤਾ ਸ੍ਰੀ ਕ੍ਰਿਸ਼ਨ ਦੀ, ਮਰਿਆਦਾ ਸ੍ਰੀ ਰਾਮ ਦੀ, ਭਰਾਤਰੀਅਤਾ ਲਛਮਣ ਦੀ, ਗੁਰੂ ਭਗਤੀ ਏਕਲਵਯ ਦੀ, ਧਰਮ ਯੁਧਿਸ਼ਟਰ ਦਾ, ਤਪੱਸਿਆ ਮਹਾਵੀਰ ਦੀ, ਗਿਆਨ ਬੁੱਧ ਦਾ, ਤਿਆਗ ਮਹਾਰਿਸ਼ੀ ਦਧੀਚੀ ਦਾ, ਭਗਤੀ ਪ੍ਰਹਿਲਾਦ ਦੀ, ਬ੍ਰਹਮਚਾਰਿਆ ਭੀਸ਼ਮ ਪਿਤਾਮਾ ਦਾ, ਦਾਨ ਕਰੁਣ ਦਾ, ਸੇਵਾ ਹਨੂੰਮਾਨ ਦੀ। ਨੈਕਸਟ, ਇੱਕ ਰਾਜਾ ਵਿਰਸੇ 'ਚ ਮਿਲੀ ਰਾਜਗੱਦੀ 'ਤੇ ਜਦੋਂ ਬੈਠਿਆ ਤਾਂ ਮਿਹਨਤ ਕਰਨ ਬਿਨਾਂ ਗੱਦੀ ਮਿਲਣ ਕਾਰਨ ਉਹਦਾ ਅਕਲ ਵਾਲਾ ਪੱਖ ਕਮਜ਼ੋਰ ਸੀ। ਸ਼ਿਕਾਰ ਕਰਦਿਆਂ ਇੱਕ ਵਾਰੀ ਰਾਜੇ ਦੇ ਪੈਰ 'ਚ ਕੰਡਾ ਚੁੱਭ ਗਿਆ। ਉਹਨੇ ਹੁਕਮ ਦਿੱਤਾ ਕਿ ਰਾਜ ਦੀ ਸਮੁੱਚੀ ਧਰਤੀ 'ਤੇ ਗਲੀਚੇ ਵਿਛਾ ਦਿਓ। ਵਜ਼ੀਰ ਨੇ ਪੁੱਛਿਆ, ਪੈਸੇ ਕਿੱਥੋਂ ਆਉਣਗੇ? ਦੂਜੇ ਨੇ ਕਿਹਾ, ਸਭ ਜਗ੍ਹਾ ਗਲੀਚੇ ਵਿਛਾਉਣ ਦੀ ਥਾਂ ਤੁਸੀਂ ਜੁੱਤੀ ਪਹਿਨ ਲਓ। ਇਹ ਸੁਣ ਕੇ ਰਾਜੇ ਨੇ ਆਪਣਾ ਗਲੀਚੇ ਵਿਛਾਉਣ ਵਾਲਾ ਹੁਕਮ ਵਾਪਸ ਲੈ ਲਿਆ ਅਤੇ ਨਵਾਂ ਹੁਕਮ ਦੇ ਦਿੱਤਾ, ਦੇਸ਼ ਦੀ ਸਾਰੀ ਜਨਤਾ ਨੂੰ ਜੁੱਤੇ ਪਹਿਨਾ ਦਿਓ। ਜੇ ਇਹੋ ਜਿਹੇ ਗੱਦੀ 'ਤੇ ਬੈਠਣਗੇ ਤਾਂ ਇਹੋ ਜਿਹੇ ਹੀ ਹੁਕਮ ਜਾਰੀ ਹੋਣਗੇ। ਧੰਨਵਾਦ। ਨੈਕਸਟ, ਰਾਜਪੂਤਾਂ ਵਿੱਚ ਸਤੀ ਦੀ ਰਸਮ ਪਤੀ ਦੇ ਮਰਨ ਉਪਰੰਤ ਪਤਨੀ ਵੱਲੋਂ ਉਹਦੀ ਚਿਤਾ 'ਚ ਸੜ ਮਰਨ ਦੀ ਰਸਮ ਨਹੀਂ ਸੀ, ਸਗੋਂ ਸਤੀ ਦੀ ਰਸਮ ਉਸ ਸਮੇਂ ਹੁੰਦੀ ਸੀ ਜਦੋਂ ਦੁਸ਼ਮਣ ਦੇ ਹਮਲੇ ਵੇਲੇ ਰਾਜਪੂਤ ਯੋਧਿਆਂ ਨੂੰ ਪਤਾ ਹੁੰਦਾ ਸੀ ਕਿ ਯੁੱਧ ਵਿੱਚ ਉਹਨਾਂ ਦੀ ਮੌਤ ਨਿਸ਼ਚਿਤ ਸੀ। ਸੋ ਪਤੀ ਦੇ ਯੁੱਧ ਵਿੱਚ ਮਰਨ ਉਪਰੰਤ ਦੁਸ਼ਮਣ ਦੇ ਹੱਥੋਂ ਹੋਣ ਵਾਲੀ ਬੇਇੱਜ਼ਤੀ ਤੋਂ ਬਚਣ ਲਈ ਤੇ ਰਾਜਪੂਤ ਪਤੀ ਦੀ ਆਨ ਆਬਰੂ ਦੀ ਰੱਖਿਆ ਕਰਨ ਵਾਸਤੇ ਉਹਨਾਂ ਦੀਆਂ ਪਤਨੀਆਂ ਦੁਲਹਨਾਂ ਵਾਂਗ ਸੱਜ ਕੇ ਕਿਲ੍ਹੇ ਅੰਦਰ ਬਾਲੀ ਗਈ ਅੱਗ 'ਚ ਸਵੈ ਇੱਛਾ ਨਾਲ ਪ੍ਰਸੰਨ ਚਿੱਤ ਹੋ ਕੇ ਛਾਲਾਂ ਮਾਰ ਦਿੰਦੀਆਂ ਸਨ। ਪਤਨੀਆਂ ਦੇ ਸਤੀ ਹੋਣ ਉਪਰੰਤ ਰਾਜਪੂਤ ਭਗਵੇ ਲਿਬਾਸਾਂ ਵਿੱਚ ਜ਼ਿੰਦਗੀ ਮੌਤ ਤੇ ਅਣਖ ਦੀ ਲੜਾਈ ਲੜਨ ਵਾਸਤੇ ਤੇ ਆਪਣੇ ਰਾਜਪੂਤ ਹੋਣ ਦਾ ਪ੍ਰਮਾਣ ਦੇਣ ਲਈ ਯੁੱਧ ਦੇ ਮੈਦਾਨ 'ਚ ਉਤਰਦੇ ਸਨ ਤੇ ਵੀਰਗਤੀ ਪ੍ਰਾਪਤ ਕਰਦੇ ਸਨ। ਨੈਕਸਟ, ਇੱਕ ਸਖਤ ਸੁਭਾਅ ਵਾਲੇ ਹਾਕਮ ਕੋਲ 2 ਫੁੱਲਦਾਨ ਸਨ। ਉਹਨੇ ਐਲਾਨ ਕੀਤਾ ਹੋਇਆ ਸੀ ਕਿ ਜਿਹਨੇ ਫੁੱਲਦਾਨ ਤੋੜਿਆ ਉਹਨੂੰ ਫਾਂਸੀ ਦੀ ਸਜ਼ਾ ਹੋਏਗੀ। ਇੱਕ ਦਿਨ ਨੌਕਰ ਤੋਂ ਇੱਕ ਫੁੱਲਦਾਨ ਸਾਫ਼ ਕਰਦਿਆਂ ਟੁੱਟ ਗਿਆ। ਐਲਾਨ ਅਨੁਸਾਰ ਫਾਂਸੀ ਦੀ ਸਜ਼ਾ ਸੁਣਾਈ ਗਈ। ਫਾਂਸੀ ਲਾਉਣ ਤੋਂ ਪਹਿਲਾਂ ਧਾਰਮਿਕ ਰੀਤ ਅਨੁਸਾਰ ਜਦੋਂ ਆਖਰੀ ਖਾਹਿਸ਼ ਪੁੱਛੀ ਗਈ ਤਾਂ ਨੌਕਰ ਨੇ ਕਿਹਾ, ਦੂਜਾ ਫੁੱਲਦਾਨ ਵੇਖਣਾ ਚਾਹੁੰਦਾ। ਫੁੱਲਦਾਨ ਵਿਖਾਇਆ ਗਿਆ। ਨੌਕਰ ਨੇ ਪਕੜਿਆ ਅਤੇ ਤੋੜ ਦਿੱਤਾ। ਪੁੱਛਿਆ ਗਿਆ, ਇਵੇਂ ਕਿਉਂ ਕੀਤਾ? ਨੌਕਰ ਨੇ ਕਿਹਾ, ਇਹ ਤੋੜ ਕੇ ਮੈਂ ਇੱਕ ਇਨਸਾਨ ਦੀ ਜਾਨ ਬਚਾਈ ਹੈ। ਹਰ ਚੀਜ਼ ਨੇ ਆਖਰ ਟੁੱਟਣਾ ਹੀ ਹੁੰਦਾ ਹੈ। ਇੱਕ ਫੁੱਲਦਾਨ ਟੁੱਟਣ ਕਾਰਨ ਮੈਨੂੰ ਤਾਂ ਫਾਂਸੀ ਲੱਗ ਹੀ ਰਹੀ ਹੈ। ਇੰਨੀ ਨਿੱਕੀ ਜਿਹੀ ਗੱਲ ਪਿੱਛੇ ਕੋਈ ਹੋਰ ਨਿਰਦੋਸ਼ ਵਿਅਕਤੀ ਕਿਉਂ ਫਾਂਸੀ ਲੱਗੇ? ਧੰਨਵਾਦ। ਅਗਲਾ, ਇੱਕ ਅਨਾੜੀ ਪਰ ਚਲਾਕ ਉਸਤਾਦ ਨੇ ਤੀਰ ਅੰਦਾਜ਼ੀ ਸਿਖਾਉਣ ਲਈ ਸੰਸਥਾ ਖੋਲ੍ਹੀ। ਉਹ ਆਪਣੀ ਸੰਸਥਾ ਚਲਾਕੀ ਨਾਲ ਹੀ ਚਲਾਈ ਜਾ ਰਿਹਾ ਸੀ। ਸਿਖਲਾਈ ਦੌਰਾਨ ਉਹ ਆਪਣਾ ਤੀਰ ਛੱਡਦਾ ਸੀ, ਜਿਹੜਾ ਅਕਸਰ ਨਹੀਂ ਲੱਗਦਾ ਸੀ। ਮਗਰੋਂ ਛੱਡੇ ਗਏ ਤੀਰ ਬਾਰੇ ਕਹਿੰਦਾ ਸੀ,
ਇਹ ਤੀਰ ਮੈਂ ਇਸ ਉਦੇਸ਼ ਨਾਲ ਛੱਡਿਆ ਕਿ ਤੁਸੀਂ ਜਾਣੋ ਕਿ ਇਵੇਂ ਤੀਰ ਨਹੀਂ ਛੱਡਣਾ। ਇਹ ਕਰਨਾੜੀ ਬੰਦੇ ਦਾ ਨਿਸ਼ਾਨਾ ਸੀ। ਫੇਰ ਛੱਡਦਾ ਸੀ, ਨਾ ਲੱਗਣ ਤੇ ਕਹਿੰਦਾ ਸੀ ਇਹ ਇੱਕ ਬੇਧਿਆਨੇ ਬੰਦੇ ਦਾ ਨਿਸ਼ਾਨਾ ਸੀ। ਜਦੋਂ ਤੀਜਾ ਵੀ ਨਹੀਂ ਸੀ ਲੱਗਦਾ ਕਹਿੰਦਾ ਸੀ ਇੱਕ ਸੁਸਤ ਬੰਦੇ ਦਾ ਨਿਸ਼ਾਨਾ ਸੀ। ਚੌਥਾ ਵੀ ਨਾ ਲੱਗਣ ਤੇ ਕਿਹਾ ਕਰਦਾ ਸੀ ਇੱਕ ਨਲਾਇਕ ਬੰਦੇ ਦਾ ਨਿਸ਼ਾਨਾ ਸੀ। ਇਵੇਂ ਹਰ ਵਾਰੀ ਨਿਸ਼ਾਨਾ ਨਾ ਲੱਗਣ ਨੂੰ ਕਿਸੇ ਨਾ ਕਿਸੇ ਘਾਟ ਨਾਲ ਜੋੜ ਦਿੰਦਾ ਸੀ। ਜਦੋਂ ਸਵੱਬ ਨਾਲ ਕੋਈ ਤੀਰ ਲੱਗ ਜਾਂਦਾ ਸੀ ਤਾਂ ਕਹਿੰਦਾ ਸੀ ਇਹ ਇੱਕ ਉਸਤਾਦ ਦਾ ਨਿਸ਼ਾਨਾ ਸੀ, ਤੁਸੀਂ ਸਾਰਿਆਂ ਨੇ ਇਵੇਂ ਨਿਸ਼ਾਨਾ ਲਾਉਣਾ ਹੈ। ਇੱਕ ਵਾਰੀ ਜਦੋਂ ਇੱਕ ਸਿੱਖਿਆਰਥੀ ਨੇ ਉਸਤਾਦ ਵਾਲਾ ਨਿਸ਼ਾਨਾ ਦੁਬਾਰਾ ਲਾਉਣ ਲਈ ਕਿਹਾ ਤਾਂ ਉਸਤਾਦ ਨੇ ਕਿਹਾ, ਸ਼ਾਸਤਰਾਂ 'ਚ ਲਿਖਿਆ ਹੈ ਕਿ ਜਦੋਂ ਸੂਰਜ ਅਸਤ ਹੋ ਰਿਹਾ ਹੋਵੇ ਉਸ ਸਮੇਂ ਤੀਰ ਦਾ ਨਿਸ਼ਾਨਾ ਦੁਬਾਰਾ ਨਹੀਂ ਲਾਉਣਾ ਚਾਹੀਦਾ। ਉਹਦੀ ਯੋਗਤਾ ਤੀਰ ਅੰਦਾਜ਼ੀ ਨਹੀਂ ਸੀ, ਚਲਾਕੀ ਸੀ। ਚਲਾਕੀ ਦੇ ਪੱਖੋਂ ਉਹ ਕਾਮਯਾਬ ਸੀ। ਉਹ ਅਜੋਕੇ ਯੁੱਗ ਦਾ ਸਫਲ ਉਸਤਾਦ ਸੀ। ਧੰਨਵਾਦ। ਨੈਕਸਟ, ਰਾਸ਼ਟਰਪਤੀ ਬਣਨ ਵਾਲਾ ਇੱਕ ਆਗੂ ਦੱਸ ਰਿਹਾ ਸੀ, ਜਦੋਂ ਛੋਟਾ ਸਾਂ ਤਾਂ ਕਿਹਾ ਗਿਆ ਚੁੱਪ ਕਰਕੇ ਬੈਠੋ, ਸਿੱਧੇ ਹੋ ਕੇ ਬੈਠੋ, ਇੱਕ ਪਾਸੇ ਹੋ ਕੇ ਬੈਠੋ, ਲੱਤਾਂ ਜੋੜ ਕੇ, ਚੌਕੜੀ ਮਾਰ ਕੇ ਬੈਠੋ, ਵੱਡਿਆਂ ਦੇ ਅੱਗੇ ਨਹੀਂ ਪਿੱਛੇ ਹੋ ਕੇ ਬੈਠੋ, ਆਰਾਮ ਨਾਲ ਬੈਠੋ, ਕੁੱਬੇ ਹੋ ਕੇ ਨਹੀਂ, ਸਿੱਧੇ ਹੋ ਕੇ ਬੈਠੋ। ਜਿੱਥੇ ਇਸਤਰੀਆਂ ਬੈਠੀਆਂ ਹੋਣ ਉਹਨਾਂ ਤੋਂ ਪਰਾਂ ਹੋ ਕੇ ਬੈਠੋ, ਨਜ਼ਰ ਥੱਲੇ ਕਰਕੇ ਬੈਠੋ। ਜਿੱਥੇ ਪੁਰਸ਼ ਬੈਠੇ ਹੋਣ ਉੱਥੇ ਛਾਤੀ ਚੌੜੀ ਕਰਕੇ, ਬਾਹਾਂ ਸਿੱਧੀਆਂ ਕਰਕੇ ਬੈਠੋ। ਮੁੰਡੇ ਹੋ ਮੁੰਡਿਆਂ ਨਾਲ ਹੀ ਬੈਠੋ। ਜਿੱਥੇ ਹੋਰ ਲੋਕ ਬੈਠੇ ਹੋਣ ਉੱਥੇ ਬੈਠੋ। ਜਿਵੇਂ ਜਿਵੇਂ ਦੱਸਿਆ ਗਿਆ ਮੈਂ ਉਵੇਂ ਉਵੇਂ ਬੈਠਦਾ ਰਿਹਾ ਅਤੇ ਬੈਠਣ ਦੇ ਹੁਨਰ ਕਾਰਨ ਮੈਂ ਰਾਸ਼ਟਰਪਤੀ ਬਣ ਗਿਆ। ਹੁਣ ਜਦੋਂ ਤੱਕ ਮੈਂ ਨਾ ਬੈਠਾਂ ਕੋਈ ਬੈਠਦਾ ਹੀ ਨਹੀਂ। ਧੰਨਵਾਦ। ਨੈਕਸਟ, ਮਹਿਮੂਦ ਗਜ਼ਨਵੀ ਨੂੰ ਇੱਕ ਵਿਅਕਤੀ ਇਸ ਆਧਾਰ 'ਤੇ ਮਹਿਮੂਦ ਗਜ਼ਨਵੀ ਨੇ ਇੱਕ ਵਿਅਕਤੀ ਇਸ ਆਧਾਰ 'ਤੇ ਨੌਕਰ ਰੱਖ ਲਿਆ ਕਿ ਉਹ ਪੰਛੀਆਂ ਦੀ ਭਾਸ਼ਾ ਜਾਣਦਾ ਸੀ। ਇੱਕ ਦਿਨ ਗਜ਼ਨਵੀ ਨੇ ਸ਼ਿਕਾਰ 'ਤੇ ਜਾਣਾ ਸੀ। ਉਸ ਨੌਕਰ ਨੂੰ ਵੀ ਨਾਲ ਲੈ ਗਿਆ। ਅੱਗੇ ਦੋ ਉੱਲੂ ਗੱਲਾਂ ਕਰ ਰਹੇ ਸਨ। ਆਲੇ ਦੁਆਲੇ ਸਭ ਪਾਸੇ ਉਜਾੜ ਹੀ ਉਜਾੜ ਸੀ। ਉੱਲੂਆਂ ਦੀਆਂ ਆਵਾਜ਼ਾਂ ਸੁਣ ਕੇ ਗਜ਼ਨਵੀ ਨੇ ਨੌਕਰ ਨੂੰ ਕਿਹਾ, ਦੱਸ ਇਹ ਕੀ ਕਹਿ ਰਹੇ ਨੇ? ਨੌਕਰ ਨੇ ਕਿਹਾ, ਇੱਕ ਉੱਲੂ ਨੇ ਆਪਣੀ ਧੀ ਦੂਜੇ ਉੱਲੂ ਦੇ ਪੁੱਤਰ ਨਾਲ ਵਿਆਹਣੀ ਹੈ। ਦੁੱਲਾ ਰਾਜ ਵਿੱਚ 20 ਉਜੜੇ ਪਿੰਡ ਮੰਗ ਰਿਹਾ ਅਤੇ ਦੁਲਹਨ ਦਾ ਬਾਪ ਕਹਿ ਰਿਹਾ, ਜੇ ਗਜ਼ਨਵੀ ਨੇ ਇਵੇਂ ਹੀ ਤਬਾਹੀ ਜਾਰੀ ਰੱਖੀ ਤਾਂ 20 ਤੱਕ ਹੀ ਮੈਂ 200 ਪਿੰਡ ਦੇ ਦੇਵਾਂਗਾ। ਧੰਨਵਾਦ। ਨੈਕਸਟ, ਇੱਕ ਗਲਾਸ ਪਾਣੀ ਨਾਲ ਭਰਿਆ, ਉੱਚਾ ਕਰੋ, ਕਿੰਨਾ ਭਾਰ ਹੈ? ਲਗਭਗ 200 ਗ੍ਰਾਮ। ਬਾਂਹ ਉੱਚੀ ਕਰਕੇ ਚੁੱਕੀ ਰੱਖੋ, ਬਾਂਹ ਥੱਕ ਜਾਏਗੀ। ਭਾਰ ਮਹੱਤਵਪੂਰਨ ਨਹੀਂ, ਮਹੱਤਵਪੂਰਨ ਇਹ ਹੈ ਕਿ ਭਾਰ ਕਿੰਨਾ ਚਿਰ ਚੁੱਕਣਾ ਹੈ। 5, 10, 20, 30 ਮਿੰਟ ਕੁਝ ਨਹੀਂ ਹੋਏਗਾ। 2 ਘੰਟੇ 'ਚ ਬਾਂਹ ਦੁਖਣ ਲੱਗ ਜਾਏਗੀ। ਸਾਰਾ ਦਿਨ ਚੁੱਕਣਾ ਪਿਆ ਤਾਂ ਇੱਕ ਛੋਟਾ ਜਿਹਾ ਭਾਰ ਤੁਹਾਨੂੰ ਡੇਗ ਦੇਵੇਗਾ। ਭਾਰ ਉਹੀ ਹੈ, ਚੁੱਕਣ ਦਾ ਸਮਾਂ ਉਸ ਭਾਰ ਨੂੰ ਭਾਰੀ ਬਣਾਈ ਜਾ ਰਿਹਾ ਹੈ। ਪਾਪ ਜਾਂ ਭੈੜੇ ਕੰਮ ਦਾ ਭਾਰ ਕੁਝ ਚਿਰ ਲਈ ਸਹਿਣਯੋਗ ਹੁੰਦਾ ਹੈ, ਪਰ ਜੇ ਪਾਪ ਕਰਦੇ ਰਹੋਗੇ ਜਾਂ ਕਿਸੇ ਪਾਪ ਦਾ ਭਾਰ ਚੁੱਕੀ ਰੱਖੋਗੇ ਤਾਂ ਭਾਰੀ ਹੁੰਦਾ ਜਾਏਗਾ। ਧੰਨਵਾਦ। ਨੈਕਸਟ, ਇਸਤਰੀ ਅਤੇ ਪੁਰਸ਼ ਵੱਖ-ਵੱਖ ਢੰਗ ਨਾਲ ਸੂਚਨਾ ਦਿੰਦੇ ਹਨ। ਇੱਕ ਇਸਤਰੀ ਰਾਤ ਨੂੰ ਘਰ ਨਹੀਂ ਆਉਂਦੀ। ਸਵੇਰੇ ਪਤੀ ਪੁੱਛਦਾ ਕਿੱਥੇ ਰਹੀ? ਕਿਹਾ ਸਹੇਲੀ ਦੇ ਘਰ ਰਹਿ ਗਈ ਸੀ। ਪਤੀ ਨੂੰ ਸ਼ੱਕ ਹੋਇਆ। ਉਹਨੇ ਪਤਨੀ ਦੀਆਂ ਸਾਰੀਆਂ ਸਹੇਲੀਆਂ ਨੂੰ ਫੋਨ ਕੀਤਾ। ਹਰ ਕਿਸੇ ਨੇ ਕਿਹਾ ਮੇਰੇ ਤਾਂ ਆਈ ਨਹੀਂ, ਮੈਨੂੰ ਤਾਂ ਕਦੀ ਮਿਲੀ ਨਹੀਂ। 6 ਮਹੀਨੇ ਪਹਿਲਾਂ ਇੱਕ ਵਾਰੀ ਦਿਖਾਈ ਦਿੱਤੀ ਸੀ। ਇੱਕ ਪੁਰਸ਼ ਰਾਤ ਨੂੰ ਘਰ ਨਹੀਂ ਆਉਂਦਾ। ਸਵੇਰੇ ਪਤਨੀ ਪੁੱਛਦੀ ਹੈ ਕਿੱਥੇ ਰਿਹਾ? ਪਤੀ ਨੇ ਕਿਹਾ ਦੋਸਤ ਦੇ ਘਰ ਰਹਿ ਪਿਆ ਸੀ। ਪਤਨੀ ਨੂੰ ਸ਼ੱਕ ਹੋਇਆ। ਪਤੀ ਦੇ ਸਾਰੇ 10 ਦੋਸਤਾਂ ਨੂੰ ਫੋਨ ਕੀਤਾ। 7 ਨੇ ਕਿਹਾ ਮੇਰੇ ਘਰ ਸੁੱਤਾ ਸੀ। 2 ਨੇ ਕਿਹਾ ਅਜੇ ਵੀ ਸੁੱਤਾ ਹੋਇਆ। 1 ਨੇ ਪੁੱਛਿਆ ਜਗਾਵਾਂ? ਨੈਕਸਟ, ਇੰਗਲੈਂਡ ਵਿੱਚ ਮੈਕਮਿਲਨ ਪ੍ਰਧਾਨ ਮੰਤਰੀ ਸੀ। ਇੱਕ ਵਾਰੀ ਪਾਰਲੀਮੈਂਟ 'ਚ ਵਿਰੋਧੀ ਪਾਰਟੀ ਦੇ ਵਿਲਸਨ ਨੇ ਮੈਕਮਿਲਨ ਸਰਕਾਰ ਦੀਆਂ ਖੂਬ ਧੱਜੀਆਂ ਉਡਾਈਆਂ। ਜਦੋਂ ਵਿਲਸਨ ਵਿਰੋਧੀ ਪਾਰਟੀ ਦੇ ਮੈਂਬਰਾਂ ਦੀਆਂ ਤਾੜੀਆਂ ਦੀ ਗੂੰਜ ਵਿੱਚ ਬੈਠ ਗਿਆ ਤਾਂ ਮੈਕਮਿਲਨ ਆਪਣੀ ਸੀਟ ਤੋਂ ਉੱਠ ਕੇ ਵਿਲਸਨ ਦੀ ਸੀਟ ਤੱਕ ਚੱਲ ਕੇ ਗਿਆ ਅਤੇ ਉਹਦੇ ਭਾਸ਼ਣ ਦੀ ਪ੍ਰਸ਼ੰਸਾ ਕਰਦਿਆਂ ਕਿਹਾ, ਅੱਜ ਤੁਸੀਂ ਕਮਾਲ ਕਰ ਦਿੱਤੀ, ਤੁਸੀਂ ਮੇਰੇ ਛੱਕੇ ਛੁਡਾ ਦਿੱਤੇ। ਆਓ ਤੁਹਾਡੀ ਸਫਲਤਾ ਨੂੰ ਇੱਕ ਇੱਕ ਜਾਮ ਸਾਂਝਾ ਕਰਕੇ ਮਨਾਈਏ। ਉਹ ਦੋਵੇਂ ਦੋਸਤਾਂ ਅਤੇ ਜਮਾਤੀਆਂ ਵਾਂਗ ਉੱਥੋਂ ਉੱਠ ਕੇ ਪਾਰਲੀਮੈਂਟ ਦੀ ਬਾਰ 'ਚ ਗਏ, ਜਿੱਥੇ ਉਹਨਾਂ ਨੇ ਕਈ ਜਾਮ ਸਾਂਝੇ ਕੀਤੇ। ਜੇਕਰ ਅੱਜ ਸਾਡੇ ਚਰਿੱਤਰ ਦੀ ਅਮੀਰੀ ਨਹੀਂ
ਤਾਂ ਇਹਦਾ ਕਾਰਨ ਇਹ ਹੈ ਕਿ ਸਾਡੀਆਂ ਵੱਡੀਆਂ ਕੁਰਸੀਆਂ 'ਤੇ ਬੜੇ ਛੋਟੇ ਬੰਦੇ ਬੈਠੇ ਹੋਏ ਹਨ। ਸਾਡਾ ਕੱਦ ਭਾਵੇਂ ਲੰਮਾ ਹੋ ਗਿਆ ਪਰ ਅਸੀਂ ਉੱਚੇ ਨਹੀਂ ਹੋਏ। ਅਸੀਂ ਉੱਚੇ ਉੱਠਣ ਦੇ ਅਵਸਰਾਂ ਨੂੰ ਥੱਲੇ ਡਿੱਗਣ ਤੇ ਡਿੱਗਣ 'ਚ ਗੁਆ ਦਿੰਦੇ ਹਾਂ। ਇਸੇ ਕਰਕੇ ਜਿੱਥੇ ਦਾਤ ਦੇਣੀ ਬਣਦੀ ਹੈ ਉੱਥੇ ਵੀ ਅਸੀਂ ਗਾਲਾਂ ਹੀ ਕੱਢਦੇ ਹਾਂ। ਨੈਕਸਟ, ਸਿਕੰਦਰ ਨੇ ਡੇਰੀਅਸ ਵਿਰੁੱਧ ਲੜਾਈ ਦੌਰਾਨ ਸਾਰੇ ਲਾਮ ਲਸ਼ਕਰ ਨਾਲ 400 ਮੀਲ ਦਾ ਸਫ਼ਰ 11 ਦਿਨ 'ਚ ਤੈਅ ਕੀਤਾ ਸੀ ਤੇ ਉਹਦੀ ਫੌਜ ਥਕਾਵਟ, ਭੁੱਖ ਤੇ ਪਿਆਸ ਨਾਲ ਬੇਹਾਲ ਸੀ। ਸਭ ਤੋਂ ਵੱਡੀ ਘਾਟ ਪਾਣੀ ਦੀ ਸੀ। ਕੁਝ ਸਿਪਾਹੀਆਂ ਨੇ ਦੂਰੋਂ ਦਰਿਆ ਦੇ ਪਾਣੀ ਦੇ ਕੁਝ ਤੌੜੇ ਲਿਆਂਦੇ ਤੇ ਸਿਕੰਦਰ ਨੂੰ ਕਿਹਾ, ਤੁਸੀਂ ਪਹਿਲਾਂ ਪਾਣੀ ਪੀਓ। ਸਾਰੇ ਵੇਖ ਰਹੇ ਸਨ। ਸਿਕੰਦਰ ਨੇ ਆਪ ਪੀਣ ਦੀ ਬਜਾਏ ਕਿਹਾ, ਅਸੀਂ ਸਾਰੇ ਪਿਆਸੇ ਹਾਂ, ਪਹਿਲਾਂ ਮੇਰੇ ਸਾਥੀ ਪੀਣਗੇ, ਉਹਨਾਂ ਦੀ ਪਿਆਸ ਬੁਝ ਗਈ, ਮੇਰੀ ਆਪੇ ਬੁਝ ਜਾਏਗੀ। ਸਿਕੰਦਰ ਦੇ ਇਸ ਵਿਹਾਰ ਨੂੰ ਵੇਖ ਕੇ ਉਹਦੇ ਸਿਪਾਹੀ ਹੌਸਲੇ 'ਚ ਆ ਗਏ ਤੇ ਉਹਨਾਂ ਨੇ ਕਿਹਾ, ਸਿਕੰਦਰ ਅਸੀਂ ਤੇਰੇ ਨਾਲ ਹਾਂ, ਤੇਰੇ ਜੇ ਆਗੂ ਹੋਵੇ ਪਿਆਸ ਭੁੱਖ ਕੁਝ ਵੀ ਨਹੀਂ, ਚੱਲ ਨਵੀਆਂ ਧਰਤੀਆਂ ਜਿੱਤੀਏ ਤੇ ਨਵਾਂ ਇਤਿਹਾਸ ਸਿਰਜੀਏ। ਨੈਕਸਟ, ਇੱਕ ਜ਼ਾਲਮ ਰਜਵਾੜੇ ਨੇ ਇੱਕ ਟੋਭਾ ਬਣਵਾਇਆ ਹੋਇਆ ਸੀ ਜਿਸ 'ਚ ਉਹਨੇ ਮਗਰਮੱਛ ਪਾਲੇ ਹੋਏ ਸਨ। ਜਿਹੜਾ ਉਹਦਾ ਵਿਰੋਧ ਕਰਦਾ ਸੀ ਉਹਨੂੰ ਇਸ ਟੋਭੇ 'ਚ ਸੁੱਟਵਾ ਦਿੰਦਾ ਸੀ। ਲੋਕ ਉਸ ਤੋਂ ਇੰਨਾ ਡਰਦੇ ਸਨ ਕਿ ਉਹਦੇ ਅਧਿਕਾਰ ਵਾਲੇ ਇਲਾਕੇ 'ਚੋਂ ਬਾਹਰ ਨਿਕਲ ਜਾਂਦੇ ਸਨ। ਜਿਹੜਾ ਵੀ ਜ਼ਬਰ ਕਰਦਾ ਉਹਨੂੰ ਵੰਗਾਰਨ ਵਾਲਾ ਵਸ਼ ਪੈਦਾ ਹੁੰਦਾ ਹੈ। ਇਸ ਰਜਵਾੜੇ ਦੇ ਟੋਭੇ ਨੇੜੇ ਅੰਗੂਰਾਂ ਦਾ ਬਾਗ ਲਵਾਇਆ। ਉਹਦੀਆਂ ਵਧੀਕੀਆਂ ਦੀ ਸ਼ਿਕਾਰ ਹੋਣ ਕਾਰਨ ਪਹਿਲਾਂ ਵਿਧਵਾ ਤੇ ਮਗਰੋਂ ਮੰਗਤੀ ਬਣੀ ਇੱਕ ਇਸਤਰੀ ਨੇ ਕਿਹਾ ਕਿ ਤੂੰ ਕਦੇ ਇਹ ਅੰਗੂਰ ਨਹੀਂ ਖਾ ਸਕੇਂਗਾ। ਜਦੋਂ ਅੰਗੂਰ ਤਿਆਰ ਹੋ ਗਏ ਤਾਂ ਉਸ ਰਜਵਾੜੇ ਨੇ ਉਸ ਮੰਤਰੀ ਨੂੰ ਬੁਲਾ ਭੇਜਿਆ ਤੇ ਲੋਕਾਂ ਸਾਹਮਣੇ ਪੁੱਛਿਆ, ਤੇਰੀ ਭਵਿੱਖਬਾਣੀ ਦਾ ਕੀ ਬਣਿਆ? ਮੰਗਤੀ ਨੇ ਕਿਹਾ, ਕੁਝ ਵੀ ਵਾਪਰ ਸਕਦਾ ਪਰ ਤੈਨੂੰ ਜ਼ੁਲਮ ਦੇ ਇਸ ਬਾਗ ਦੇ ਅੰਗੂਰ ਖਾਣੇ ਨਸੀਬ ਨਹੀਂ ਹੋਣਗੇ। ਇੱਕ ਸ਼ਾਮ ਰਜਵਾੜੇ ਨੂੰ ਸੁਨੇਹਾ ਮਿਲਿਆ ਕਿ ਇੱਕ ਰਿੱਛ ਨੇ ਉਹਦਾ ਅੰਗੂਰਾਂ ਦਾ ਬਾਗ ਉਜਾੜ ਦਿੱਤਾ ਹੈ। ਉਹ ਰਜਵਾੜਾ ਚਾਹ ਵਾਲਾ ਪਿਆਲਾ ਵਿੱਚੇ ਛੱਡ ਕੇ ਗੁੱਸੇ ਨਾਲ ਬਾਗ 'ਚ ਗਿਆ ਤੇ ਰਿੱਛ ਨਾਲ ਲੜਦਿਆਂ ਮਾਰਿਆ ਗਿਆ। ਜਦੋਂ ਜ਼ਾਲਮਾਂ ਦੇ ਜ਼ੁਲਮ ਹੱਦ ਟੱਪ ਜਾਂਦੇ ਹਨ ਉਦੋਂ ਦੁਖੀ ਲੋਕਾਂ ਦੀਆਂ ਭਵਿੱਖਬਾਣੀਆਂ ਸੱਚ ਸਾਬਤ ਹੋਣ ਲੱਗ ਪੈਂਦੀਆਂ ਹਨ। ਨੈਕਸਟ, ਅਮਰੀਕਾ ਦੇ ਇੱਕ ਸਕੂਲ 'ਚ ਪੜ੍ਹਦਾ ਇੱਕ ਕੈਂਸਰ ਪੀੜਤ ਬੱਚਾ ਰੇਡੀਓਥੈਰੇਪੀ ਕਾਰਨ ਸਿਰ ਦੇ ਵਾਲ ਝੜਨ ਕਰਕੇ ਗੰਜਾ ਹੋ ਗਿਆ ਸੀ ਤੇ ਗੰਜਾ ਹੋਣ ਕਾਰਨ ਉਹ ਆਪਣੇ ਆਪ ਨੂੰ ਹੋਰਾਂ ਨਾਲੋਂ ਵੱਖਰਾ ਤੇ ਊਣਾ ਸਮਝ ਰਿਹਾ ਸੀ। ਪਤਾ ਲੱਗਾ 5 ਦਿਨ ਮਗਰੋਂ ਉਹਦਾ ਜਨਮ ਦਿਨ ਸੀ। ਉਸ ਦਿਨ ਸਾਰੀ ਕਲਾਸ ਗੰਜੀ ਹੋ ਕੇ ਆਈ ਸੀ ਤੇ ਉਸ ਨਾਲ ਆਪਣੀ ਹਮਦਰਦੀ ਤੇ ਏਕਾ ਜਤਲਾਇਆ। ਨੈਕਸਟ, ਸਭ ਤੋਂ ਵੱਡਾ ਅੰਤਰ ਸੋਚ ਦਾ ਅੰਤਰ ਹੁੰਦਾ ਹੈ। 1914 ਤੋਂ 18 ਦੇ ਵਿਸ਼ਵ ਯੁੱਧ ਦੌਰਾਨ ਜਰਮਨ ਈਸਟ ਅਫਰੀਕਨ ਮੁਹਿੰਮ ਵਿੱਚ ਇੱਕ ਜਰਮਨ ਜਰਨੈਲ ਨੇ ਇਕੱਲਿਆਂ ਅੰਗਰੇਜ਼ੀ, ਪੁਰਤਗਾਲੀ ਤੇ ਬੈਲਜੀਅਮ ਫੌਜਾਂ ਨੂੰ ਕਰਾਰੀ ਹਾਰ ਦਿੱਤੀ ਸੀ। ਭਾਵੇਂ ਅੰਤ ਨੂੰ ਲੜਾਈ ਇੰਗਲੈਂਡ ਨੇ ਜਿੱਤੀ ਸੀ। ਇਸ ਯੁੱਧ ਤੋਂ ਲਗਭਗ 10 ਸਾਲ ਮਗਰੋਂ ਅੰਗਰੇਜ਼ ਫੌਜੀ ਅਫਸਰਾਂ ਨੇ ਉਸ ਜਰਨੈਲ ਨੂੰ ਖਾਣੇ 'ਤੇ ਬੁਲਾਇਆ ਤੇ ਉਸ ਜਰਮਨ ਜਰਨੈਲ ਦੀ ਅੰਗਰੇਜ਼ਾਂ ਨੇ ਪੈਨਸ਼ਨ ਲਾਈ। ਇਹ ਅੰਗਰੇਜ਼ਾਂ ਵੱਲੋਂ ਉਸ ਜਰਨੈਲ ਦੀ ਬਹਾਦਰੀ ਦੀ ਦਾਦ ਦੇਣ ਦਾ ਪ੍ਰਮਾਣ ਸੀ। ਬੰਗਲਾਦੇਸ਼ ਦੀ ਲੜਾਈ ਵਿੱਚ ਪਾਕਿਸਤਾਨੀ ਫੌਜ ਦੇ ਕਪਤਾਨ ਅਹਿਸਾਨ ਮਲਿਕ ਨੇ ਬੜੀ ਬਹਾਦਰੀ ਵਿਖਾਈ ਸੀ। ਹਿੱਲੀ ਨਾਂ ਦੇ ਮੋਰਚੇ 'ਤੇ ਪਾਕਿਸਤਾਨੀ ਕਪਤਾਨ ਪੂਰੀ ਦ੍ਰਿੜਤਾ ਨਾਲ ਲੜਿਆ ਹੋਇਆ ਸੀ ਤੇ ਉਹ ਭਾਰਤੀ ਫੌਜ ਦੇ ਅੱਗੇ ਵਧਣ ਵਿੱਚ ਬੜੀ ਵੱਡੀ ਰੁਕਾਵਟ ਬਣਿਆ ਹੋਇਆ ਸੀ। ਭਾਰਤੀ ਫੌਜ ਦੀਆਂ 2 ਕੋਸ਼ਿਸ਼ਾਂ ਨਾਕਾਮ ਗਈਆਂ ਤੇ ਤੀਜੇ ਹਮਲੇ ਵਿੱਚ ਸਫਲਤਾ ਮਿਲੀ। ਭਾਰਤ ਦੇ ਫੀਲਡ ਮਾਰਸ਼ਲ ਮਾਨਕ ਸ਼ਾਹ ਨੇ ਉਸ ਕਪਤਾਨ ਦੀ ਬਹਾਦਰੀ ਦੀ ਪ੍ਰਸ਼ੰਸਾ ਕਰਦਿਆਂ ਪਾਕਿਸਤਾਨੀ ਫੌਜ ਦੇ ਜਰਨੈਲ ਨੂੰ ਨਿੱਜੀ ਚਿੱਠੀ ਲਿਖੀ। ਜਦੋਂ ਕਈ ਸਾਲ ਮਗਰੋਂ ਮਾਨਕ ਸ਼ਾਹ ਪਾਕਿਸਤਾਨ ਗਿਆ ਤਾਂ ਉਹਨੇ ਪਾਕਿਸਤਾਨੀ ਫੌਜ ਦੇ ਮੁਖੀ ਨੂੰ ਕਿਹਾ ਕਿ ਉਹ ਕਪਤਾਨ ਨੂੰ ਇਨਾਮ ਮਿਲਣਾ ਚਾਹੀਦਾ ਹੈ। ਇਨਾਮ ਤਾਂ ਕੀ ਮਿਲਣਾ ਸੀ। ਪਾਕਿਸਤਾਨੀ ਫੌਜ ਦੇ ਮੁਖੀ ਨੇ ਮਾਨਕ ਸ਼ਾਹ ਵੱਲੋਂ ਪਾਕਿਸਤਾਨੀ ਫੌਜ ਦੇ ਅਫਸਰ ਦੀ ਪ੍ਰਸ਼ੰਸਾ ਦਾ ਬੁਰਾ ਮਨਾਇਆ, ਇਹਨੂੰ ਦੁਸ਼ਮਣ ਦੀ ਚਾਲ ਸਮਝਿਆ ਤੇ ਆਪਣੇ ਅਫਸਰ 'ਤੇ ਸ਼ੱਕ ਕੀਤਾ। ਨੈਕਸਟ, ਪਤਨੀ ਕਦੀ ਵੀ ਕਵੀ ਦੀ ਪ੍ਰੇਰਨਾ ਨਹੀਂ ਹੁੰਦੀ। ਕਵੀ ਦੀ ਪ੍ਰੇਰਨਾ ਅਕਸਰ ਉਹਦੀ ਪ੍ਰੇਮਿਕਾ ਹੁੰਦੀ ਹੈ। ਕਵੀ ਦੀ ਪ੍ਰੇਰਨਾ ਦਾ ਸਰੋਤ ਬਦਲਦਾ ਰਹਿੰਦਾ ਹੈ। ਇੱਕ ਕਵੀ ਨੇ ਆਪਣੀ ਪ੍ਰੇਮਿਕਾ ਨੂੰ ਲਿਖਿਆ, ਤੂੰ ਮੇਰੇ ਤੋਂ ਕਵਿਤਾ ਲਿਖਵਾਉਂਦੀ ਹੈ, ਮੈਂ ਤਾਂ ਕਾਗਜ਼ 'ਤੇ ਅੱਖਰ ਉਤਾਰਨ ਦਾ ਸੌਖਾ ਕਾਰਜ ਕਰਦਾ, ਤੂੰ ਹਰ ਵੇਲੇ ਮੇਰੇ ਕੋਲ ਹੁੰਦੀ ਹੈ,
ਦੁੱਖ ਵਿੱਚ ਸੁੱਖ ਵਿੱਚ ਤੂੰ ਮੇਰੇ ਸੁਪਨੇ 'ਚ ਆ ਕੇ ਮੇਰੀ ਸਾਂਭ ਸੰਭਾਲ ਕਰਦੀ ਹੈ। ਤੇਰੇ ਦੱਸੇ ਬਿਨਾਂ ਹੀ ਮੈਂ ਜਾਣ ਜਾਂਦਾ ਕਿ ਤੂੰ ਮੇਰੇ ਬਾਰੇ ਸੋਚ ਰਹੀ ਹੈ, ਕਿਉਂਕਿ ਜਦੋਂ ਤੇਰੀ ਯਾਦ ਆਉਂਦੀ ਹੈ ਉਸ ਵੇਲੇ ਕਵਿਤਾ ਲਿਖਣ ਦਾ ਮੌਸਮ ਬਣ ਜਾਂਦਾ ਹੈ। ਜਦੋਂ ਮੈਂ ਤੈਨੂੰ ਯਾਦ ਕਰਦਾ ਉਹ ਗੀਤ ਲਿਖਣ ਦਾ ਮੌਸਮ ਹੁੰਦਾ ਹੈ। ਇਸ ਮੌਸਮ ਵਿੱਚ ਪਿਆਰੇ ਦੀ ਯਾਦ ਹੀ ਚਾਹੀਦੀ ਹੁੰਦੀ ਹੈ, ਬਾਕੀ ਸਭ ਕੁਝ ਪਹਿਲਾਂ ਹੀ ਸਾਡੇ ਕੋਲ ਹੁੰਦਾ ਹੈ। ਨੈਕਸਟ। ਦੋ ਭੈਣਾਂ ਨੂੰ ਸਕੂਲ ਲਈ ਦੇਰ ਹੋ ਰਹੀ ਸੀ। ਇੱਕ ਨੇ ਦੂਜੀ ਨੂੰ ਕਿਹਾ, ਆਪਾਂ ਰੁਕ ਕੇ ਪ੍ਰਾਰਥਨਾ ਕਰੀਏ ਕਿ ਪ੍ਰਮਾਤਮਾ ਸਾਨੂੰ ਸਮੇਂ ਸਿਰ ਸਕੂਲ ਪਹੁੰਚਾ ਦੇਵੇ। ਦੂਜੀ ਨੇ ਕਿਹਾ, ਨਹੀਂ, ਆਪਾਂ ਤੇਜ਼ ਦੌੜੀਏ ਤੇ ਦੌੜਦਿਆਂ ਪ੍ਰਾਰਥਨਾ ਕਰੀਏ। ਨੈਕਸਟ। ਧਰਮ ਤੇ ਵਿਗਿਆਨ 'ਚ ਅੰਤਰ ਹੈ। ਸ਼ਰਧਾਲੂਆਂ ਦੀ ਭੀੜ ਧਰਮ ਦੇ ਸਹੀ ਹੋਣ ਦਾ ਪ੍ਰਮਾਣ ਮੰਨੀ ਜਾਂਦੀ ਹੈ। ਵਿਗਿਆਨ ਵਿੱਚ ਭੀੜ ਦਾ ਨਹੀਂ, ਤਰਕ ਦਾ ਬੋਲਬਾਲਾ ਹੈ। ਇੱਕ ਵਾਰੀ 100 ਤੋਂ ਵੱਧ ਵਿਗਿਆਨੀ ਆਇਨਸਟਾਈਨ ਨੂੰ ਕਹਿਣ ਆਏ ਕਿ ਤੁਹਾਡੇ ਸਾਪੇਖਤਾਵਾਦ ਦੇ ਸਿਧਾਂਤ ਨੂੰ ਅਸੀਂ ਗਲਤ ਸਿੱਧ ਕੀਤਾ ਹੈ। ਆਇਨਸਟਾਈਨ ਨੇ ਕਿਹਾ, ਭੀੜ ਦੇ ਆਉਣ ਦੀ ਕੀ ਲੋੜ ਸੀ? ਜੇ ਸਿਧਾਂਤ ਗਲਤ ਹੈ ਤਾਂ ਗਲਤ ਸਾਬਤ ਕਰਨ ਲਈ ਇੱਕ ਵਿਅਕਤੀ ਕਾਫੀ ਹੈ। ਨੈਕਸਟ। ਇੱਕ ਵਿਅਕਤੀ ਨੂੰ ਚੰਗੀ ਤਰ੍ਹਾਂ ਲਿਖਣਾ ਨਹੀਂ ਸੀ ਆਉਂਦਾ, ਪਰ ਉਹਨੂੰ ਲਾਭਕਾਰੀ ਸੌਦੇ ਕਰਨ ਦੀ ਬੜੀ ਚੰਗੀ ਜਾਚ ਸੀ। ਇੱਕ ਹੋਰ ਵਿਅਕਤੀ ਨੂੰ ਲਿਖਣਾ ਤਾਂ ਆਉਂਦਾ ਸੀ, ਪਰ ਉਹਦੇ ਹਰ ਕੰਮ ਵਿੱਚ ਘਾਟਾ ਪੈ ਜਾਂਦਾ ਸੀ। ਅਣਕਿਆਸੇ ਖਰਚਿਆਂ ਕਾਰਨ ਨੁਕਸਾਨ ਹੋ ਜਾਂਦਾ ਸੀ। ਜਿਸ ਨੂੰ ਆਪ ਲਿਖਣਾ ਨਹੀਂ ਸੀ ਆਉਂਦਾ, ਉਹ ਦੂਜੇ ਨੂੰ ਸੌਦਾ ਕਰਨਾ ਸਮਝਾਉਂਦਾ ਸੀ ਤੇ ਦੂਜਾ ਉਹਦੇ ਸਮਝਾਏ ਨੂੰ ਤਰਤੀਬਵਾਰ ਲਿਖਵਾਉਂਦਾ ਸੀ। ਜਦੋਂ ਲਿਖਵਾ ਰਿਹਾ ਸੀ ਤਾਂ ਲਿਖਣ ਵਾਲੇ ਨੇ ਝਿੜ ਕੇ ਕਿਹਾ, ਤੁਸੀਂ ਬੜਾ ਤੇਜ਼ ਲਿਖਾਉਂਦੇ ਹੋ। ਦੂਜਾ ਉੱਤਰ ਦੇ ਸਕਦਾ ਸੀ ਕਿ ਤੂੰ ਬੜਾ ਸੁਸਤ ਹੈ, ਪਰ ਉਹਨੇ ਆਪਣੀ ਲਿਖਾਉਣ ਦੀ ਰਫ਼ਤਾਰ ਹੌਲੀ ਕਰ ਲਈ ਤੇ ਦੂਜੇ ਨੂੰ ਚੰਗੀ ਤਰ੍ਹਾਂ ਲਿਖਣ ਦਿੱਤਾ। ਦੂਜੇ ਨੇ ਪਹਿਲੇ ਨੂੰ ਵੱਡੇ ਸੌਦੇ ਲਾਭਕਾਰੀ ਢੰਗ ਨਾਲ ਕਰਨ ਦੀ ਜੁਗਤ ਤੇ ਵੱਡੇ ਸੌਦਿਆਂ ਦਾ ਪਿਛੋਕੜ ਸਮਝਾਉਣਾ ਆਰੰਭ ਕੀਤਾ। ਇਵੇਂ ਉਹ ਦੋਵੇਂ ਇੱਕ ਦੂਜੇ ਦੇ ਸਹਿਯੋਗ ਨਾਲ ਕਾਮਯਾਬ ਹੋਏ ਤੇ ਰੇਲਵੇ ਦੇ ਸਭ ਤੋਂ ਵੱਡੇ ਠੇਕੇਦਾਰ ਬਣ ਗਏ। ਸਿੱਖੋ, ਸਿਖਾਓ, ਵਿਦਿਆਰਥੀ ਅਧਿਆਪਕ, ਅਧਿਆਪਕ ਵਿਦਿਆਰਥੀ ਬਣੋ। ਤੂੰ ਮੈਂ ਤੂੰ, ਤੂੰ ਮੈਂ ਕਹਿਣ ਦੀ ਥਾਂ ਅਸੀਂ ਕਹਿਣ ਦੀ ਜਾਚ ਆ ਜਾਏਗੀ ਤੇ ਸਫਲ ਹੋਣ ਦਾ ਢੰਗ ਆ ਜਾਏਗਾ। ਨੈਕਸਟ। ਸ਼ਿਵਾਜੀ ਨੇ ਕਲਿਆਣ ਰਿਆਸਤ 'ਤੇ ਹਮਲਾ ਕੀਤਾ ਤੇ ਮੁਸਲਮਾਨ ਹਾਕਮ ਨੂੰ ਹਰਾ ਦਿੱਤਾ ਤੇ ਹਾਰਿਆ ਹੋਇਆ ਹਾਕਮ ਫਰਾਰ ਹੋ ਗਿਆ, ਪਰ ਉਹਦੀ ਨੂੰਹ ਬੇਗਮ ਬਹਿਲੋਲ, ਜਿਹੜੀ ਅਰਬ ਦੇ ਸ਼ੇਖ ਦੀ ਬੇਟੀ ਸੀ, ਮਰਹੱਟੇ ਸਿਪਾਹੀਆਂ ਦੇ ਕਾਬੂ ਆ ਗਈ। ਸਿਪਾਹੀਆਂ ਨੇ ਬੇਗਮ ਨੂੰ ਸ਼ਿਵਾਜੀ ਦੇ ਸਾਹਮਣੇ ਪੇਸ਼ ਕੀਤਾ। ਸ਼ਿਵਾਜੀ ਉਹਦੀ ਸੁੰਦਰਤਾ ਨੂੰ ਵੇਖ ਕੇ ਦੰਗ ਰਹਿ ਗਏ ਤੇ ਕਿੰਨਾ ਹੀ ਚਿਰ ਉਸ ਨੂੰ ਨਿਹਾਰਦੇ ਰਹੇ। ਅੰਤ ਨੂੰ ਬੋਲੇ, ਮਾਂ, ਤੂੰ ਕਿੰਨੀ ਸੋਹਣੀ ਹੈ। ਜੇ ਮੈਂ ਤੇਰੀ ਕੁੱਖ 'ਚੋਂ ਜਨਮ ਲਿਆ ਹੁੰਦਾ ਤਾਂ ਮੈਂ ਵੀ ਬੜਾ ਸੋਹਣਾ ਹੋਣਾ ਸੀ। ਭਰੇ ਦਰਬਾਰ 'ਚ ਸ਼ਿਵਾਜੀ ਨੇ ਹੁਕਮ ਕੀਤਾ ਕਿ ਬੇਗਮ ਨੂੰ ਪੂਰੇ ਸਨਮਾਨ ਤੇ ਹਿਫਾਜ਼ਤ ਨਾਲ ਉਹਦੇ ਮਹਿਲ 'ਚ ਪਹੁੰਚਾਇਆ ਜਾਵੇ। ਵਿਸ਼ਾਲ ਦ੍ਰਿਸ਼ਟੀ ਨਾਲ ਵੇਖਿਆ ਜਾਏ ਤਾਂ ਬੇਗਮ ਨੇ ਸ਼ਿਵਾਜੀ ਨੂੰ ਆਪਣਾ ਚਰਿੱਤਰ ਵਿਖਾਉਣ ਦਾ ਅਵਸਰ ਦਿੱਤਾ ਸੀ ਤੇ ਸ਼ਿਵਾਜੀ ਨੇ ਆਪਣਾ ਚਰਿੱਤਰਵਾਨ ਹੋਣ ਦਾ ਭਰਪੂਰ ਤੇ ਸਥੂਲ ਸਬੂਤ ਦਿੱਤਾ ਸੀ। ਨੈਕਸਟ। ਜਦੋਂ ਵੀ ਝਗੜਾ ਹੁੰਦਾ ਉਸ ਸਮੇਂ ਇੱਕ ਧਿਰ ਤਕੜੀ, ਦੂਜੀ ਧਿਰ ਕਮਜ਼ੋਰ ਹੁੰਦੀ ਹੈ। ਜਿਉਂ-ਜਿਉਂ ਝਗੜਾ ਵੱਧਦਾ ਹੈ, ਕਮਜ਼ੋਰ ਧਿਰ ਹੌਲੀ-ਹੌਲੀ ਤਕੜੀ ਹੁੰਦੀ ਜਾਂਦੀ ਹੈ। ਆਖਰ ਦੋਵੇਂ ਧਿਰਾਂ ਬਰਾਬਰ ਦੀਆਂ ਹੋ ਜਾਂਦੀਆਂ ਹਨ ਤੇ ਜਿਸ ਧਿਰ ਕੋਲ ਚਰਿੱਤਰ ਦੀ ਵਧੇਰੇ ਸ਼ਕਤੀ ਹੁੰਦੀ ਹੈ, ਪਲੜਾ ਉਹਦੇ ਪੱਖ 'ਚ ਹੋ ਜਾਂਦਾ ਹੈ। ਇੱਕ ਰਾਜ ਮਿਸਤਰੀ ਨੂੰ ਇੱਕ ਮਾਲਕ ਤੰਗ ਕਰ ਰਿਹਾ ਸੀ ਤੇ ਉਹਨੂੰ ਗਲਤ ਉਸਾਰੀ ਕਰਕੇ ਬਾਰ-ਬਾਰ ਗੁਆਂਢੀ ਦੀ ਥਾਂ ਮੱਲਣ ਲਈ ਕਹਿ ਰਿਹਾ ਸੀ। ਰਾਜ ਮਿਸਤਰੀ ਗਲਤ ਕੰਮ ਕਰਨ ਲਈ ਤਿਆਰ ਨਹੀਂ ਸੀ। ਮਾਲਕ ਨੇ ਉਸ ਰਾਜ ਮਿਸਤਰੀ ਨੂੰ ਕੰਮ ਤੋਂ ਹਟਾ ਦਿੱਤਾ, ਉਹਦੀ ਉਜਰਤ ਅਦਾ ਨਾ ਕੀਤੀ ਤੇ ਉਹਦੇ ਸੰਦ ਵੀ ਰੱਖ ਲਏ। ਇਹ ਸਭ ਕੁਝ ਉਹਨੇ ਇਹ ਸੋਚ ਕੇ ਕੀਤਾ ਕਿ ਰਾਜ ਮਿਸਤਰੀ ਉਹਦਾ ਕੀ ਵਿਗਾੜ ਲਏਗਾ। ਪਰੇਸ਼ਾਨ ਹੋਏ ਰਾਜ ਮਿਸਤਰੀ ਨੇ ਮਿੰਨਤਾਂ ਤਰਲੇ ਕੀਤੇ, ਪਰ ਮਾਲਕ 'ਤੇ ਕੋਈ ਅਸਰ ਨਾ ਹੋਇਆ। ਅਚਾਨਕ ਮਿਸਤਰੀ ਨੂੰ ਯਾਦ ਆਇਆ ਕਿ ਕਿਸੇ ਵੇਲੇ ਉਹਨੇ ਇੱਕ ਨੇਕ ਪੁਲਿਸ ਅਫਸਰ ਦਾ ਮਕਾਨ ਉਸਾਰਿਆ ਸੀ, ਜਿਹਨੇ ਕੰਮ ਮੁੱਕਣ 'ਤੇ ਕਿਹਾ ਸੀ, ਕਦੇ ਕਿਸੇ ਮਦਦ ਦੀ ਲੋੜ ਪਵੇ ਮੇਰੇ ਕੋਲ ਆ ਜਾਈਂ। ਮਿਸਤਰੀ ਨੂੰ ਅਫਸਰ ਦਾ ਕੇਵਲ ਨਾਂ ਹੀ ਪਤਾ ਸੀ। ਲੱਭਦਿਆਂ ਲੱਭਾਉਂਦਿਆਂ ਜਾ ਲੱਭਿਆ, ਸਮੱਸਿਆ ਦੱਸੀ। ਉਹ ਅਫਸਰ ਬੜਾ ਵੱਡਾ ਅਧਿਕਾਰੀ ਬਣ ਗਿਆ ਸੀ। ਉਸ ਅਫਸਰ ਨੇ ਰਾਜ ਮਿਸਤਰੀ ਨੂੰ ਤੰਗ ਕਰਨ ਵਾਲੇ ਮਾਲਕ ਨੂੰ ਇੱਕ ਸਖਤ ਫੋਨ ਹੀ ਕੀਤਾ ਤੇ ਇਸ ਮਾਲਕ ਨੂੰ ਸਾਰੀ ਸਥਿਤੀ ਸਮਝਣ 'ਚ ਦੇਰ ਨਾ ਲੱਗੀ ਤੇ ਉਹਨੇ ਸ਼ਾਮ ਤੱਕ ਅਦਾਇਗੀ ਵੀ ਕਰ ਦਿੱਤੀ, ਸੰਦ ਵੀ ਮੋੜ ਦਿੱਤੇ, ਪਰੇਸ਼ਾਨੀ ਵਾਲੇ ਦਿਨਾਂ ਦੀ ਵੀ ਉਜਰਤ ਦਿੱਤੀ ਤੇ ਆਪਣੀ ਗਲਤੀ ਦੀ ਖਿਮਾ ਵੀ ਮੰਗੀ। ਧੰਨਵਾਦ। ਨੈਕਸਟ। ਇੱਕ ਜਵਾਨ ਇੱਕ ਲੜਕੀ ਦਾ ਚਿੱਤਰ ਵੇਖਿਆ ਕਰਦਾ ਸੀ, ਜਿਹਦੀ ਮਾਂ ਮਰ ਗਈ ਸੀ
ਤੇ ਲੜਕੀ ਦੀ ਅੱਖ ਵਿੱਚ ਬੇਵਸੀ ਦਾ ਇੱਕ ਹੰਝੂ ਸੀ। ਇਹ ਹੰਝੂ ਉਹ ਵੇਖਦਾ ਰਹਿੰਦਾ ਸੀ ਤੇ ਸੋਚਦਾ ਰਹਿੰਦਾ ਸੀ ਕਿ ਬੇਵਸੀ ਦਾ ਹੰਝੂ ਸੀ ਜਾਂ ਇਹ ਦਰਦ ਦਾ ਹੰਝੂ ਸੀ। ਇਹ ਨਿਆਸਰੇਪਣ ਦਾ ਸੰਤਾਪ ਸੀ ਜਾਂ ਵਿਛੋੜੇ ਦੇ ਦੁੱਖ ਦਾ ਹੰਝੂ ਸੀ। ਇਹ ਸੰਕਟ ਦਾ ਸੰਕੇਤ ਸੀ ਜਾਂ ਪਏ ਘਾਟੇ ਦਾ ਹੰਝੂ ਸੀ। ਇਹ ਆਉਣ ਵਾਲੀਆਂ ਮੁਸ਼ਕਲਾਂ ਦਾ ਹੰਝੂ ਸੀ ਜਾਂ ਡੂੰਘੀ ਵੇਦਨਾ ਦਾ ਪ੍ਰਗਟਾਵਾ ਸੀ। ਇਸ ਹੰਝੂ ਨੇ ਉਸ ਜਵਾਨ ਨੂੰ ਸੋਭਾ ਸਿੰਘ ਚਿੱਤਰਕਾਰ ਬਣਾ ਦਿੱਤਾ ਸੀ। ਧੰਨਵਾਦ। ਨੈਕਸਟ। ਜਿਨ੍ਹਾਂ ਘਰਾਂ 'ਚ ਬੱਚਿਆਂ ਨੂੰ ਗਲਤੀਆਂ ਦੀ ਸਰੀਰਕ ਸਜ਼ਾ ਦਿੱਤੀ ਜਾਂਦੀ ਹੈ, ਉੱਥੇ ਬੱਚੇ ਵਧੇਰੇ ਝੂਠ ਬੋਲਦੇ ਹਨ। ਉਹਨਾਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਪਤਾ ਨਹੀਂ ਲੱਗਦਾ ਕਿ ਝੂਠ ਬੋਲ ਕੇ ਉਹ ਚਰਿੱਤਰ ਦੇ ਪੱਖੋਂ ਕਮਜ਼ੋਰ ਹੋ ਰਹੇ ਹੁੰਦੇ ਹਨ। ਸਜ਼ਾ ਦੇਣ ਵਾਲੇ ਮਾਪੇ ਬੱਚਿਆਂ ਦੀ ਨਫ਼ਰਤ ਹੀ ਕਮਾਉਂਦੇ ਹਨ। ਅਜਿਹੇ ਬੱਚੇ ਵਧੇਰੇ ਬਹਾਨੇ ਲਾਉਂਦੇ ਹਨ ਕਿਉਂਕਿ ਉਹਨਾਂ ਨੂੰ ਹਰ ਵੇਲੇ ਗਲਤੀ ਕਰਨ ਤੇ ਗਲਤੀ ਹੋ ਜਾਣ ਦਾ ਡਰ ਲੱਗਿਆ ਰਹਿੰਦਾ ਹੈ। ਉਹਨਾਂ ਵਿੱਚ ਆਤਮ ਵਿਸ਼ਵਾਸ ਨਹੀਂ ਹੁੰਦਾ। ਉਹ ਆਪਣੇ ਆਪ ਨੂੰ ਕਿਸੇ ਜ਼ਿੰਮੇਵਾਰੀ ਦੇ ਯੋਗ ਨਹੀਂ ਸਮਝਦੇ। ਉਹਨਾਂ 'ਚ ਪਹਿਲ ਕਰਨ ਦੀ ਹਿੰਮਤ ਨਹੀਂ ਹੁੰਦੀ। ਕੋਈ ਕੰਮ ਗਲਤ ਹੋਣ 'ਤੇ ਜਦੋਂ ਮਾਪੇ ਕਹਿੰਦੇ ਹਨ, ਇਹ ਤੂੰ ਕੀਤਾ, ਹੋਰ ਕਿਹਨੇ ਕੀਤਾ, ਤੂੰ ਹੀ ਕੀਤਾ, ਵਿਸ਼ੇਸ਼ ਕਰਕੇ ਉਦੋਂ ਜਦੋਂ ਮਾਪੇ ਜਾਣਦੇ ਹੁੰਦੇ ਹਨ ਕਿ ਉਹਨੇ ਹੀ ਕੀਤਾ, ਉਸ ਵੇਲੇ ਜੇ ਸੋਚਿਆ ਜਾਏ ਕਿ ਇਹ ਉਹਨੇ ਜਾਣ ਕੇ ਨਹੀਂ ਕੀਤਾ, ਉਸ ਤੋਂ ਹੋ ਗਿਆ, ਇਵੇਂ ਕੁਝ ਗਲਤ ਹੋ ਜਾਣ ਜਾਂ ਕਰਨ ਦਾ ਕਾਰਨ ਦੱਸਦਿਆਂ ਬੱਚਾ ਝੂਠ ਬੋਲਣਾ ਪਸੰਦ ਨਹੀਂ ਕਰੇਗਾ। ਬਚਪਨ ਵਾਸਤਵ ਵਿੱਚ ਗਲਤੀਆਂ ਕਰਨ ਤੇ ਗਲਤੀਆਂ ਤੋਂ ਸਿੱਖਣ ਦੀ ਉਮਰ ਹੁੰਦੀ ਹੈ। ਨੈਕਸਟ। ਸਿੱਪ ਦਾ ਕੀੜਾ ਜਦੋਂ ਖੁਰਾਕ ਲਈ ਮੂੰਹ ਖੋਲ੍ਹਦਾ ਹੈ ਤਾਂ ਰੇਤ ਦਾ ਕਿਣਕਾ ਉਸ ਵਿੱਚ ਆਣ ਬਹਿੰਦਾ ਹੈ, ਜਿਹੜਾ ਉਹਦੀ ਕੋਮਲ ਹੋਂਦ ਨੂੰ ਰੜਕਦਾ ਹੈ। ਕੀੜਾ ਇਸ ਰੜਕ ਨੂੰ ਨਰਮ ਕਰਨ ਲਈ ਉਸ ਉੱਤੇ ਹਰ ਵੇਲੇ ਆਪਣੇ ਮੂੰਹ ਦਾ ਲੁਆਬ ਚੜਾਉਂਦਾ ਰਹਿੰਦਾ ਹੈ। ਉਹਦੇ ਲੁਆਬ ਚੜਾਉਣ ਕਾਰਨ ਕਿਣਕਾ ਗੋਲ ਤੇ ਵੱਡਾ ਹੁੰਦਾ ਜਾਂਦਾ ਹੈ। ਇੱਕ ਦਿਨ ਇਸ ਕਿਣਕੇ ਦੇ ਵੱਡਾ ਹੋਣ ਕਾਰਨ ਸਾਹ ਘੁੱਟਣ ਕਰਕੇ ਸਿੱਪ ਦਾ ਕੀੜਾ ਮਰ ਜਾਂਦਾ ਹੈ। ਉਸ ਦਿਨ ਇਸ ਕਿਣਕੇ ਤੋਂ ਬਣੇ ਮੋਤੀ ਦਾ ਜਨਮ ਹੁੰਦਾ ਹੈ। ਨੈਕਸਟ। ਸੂਰਜ ਦੀ ਗਰਮੀ ਨਾਲ ਬੱਦਲ ਬਣਿਆ ਪਾਣੀ ਧਰਤੀ 'ਤੇ ਵਰ੍ਹ ਕੇ ਵਹਿ ਟੁਰਦਾ ਹੈ। ਇਸ ਵਹਿਣ 'ਚ ਬਰਕਤ ਹੁੰਦੀ ਹੈ ਕਿਉਂਕਿ ਇਹ ਪਾਣੀ ਰਾਹ 'ਚ ਬਨਸਪਤੀ ਨੂੰ ਪਾਲਦਾ, ਜੀਵਾਂ ਦੀ ਪਿਆਸ ਬੁਝਾਉਂਦਾ, ਟੋਇਆਂ ਨੂੰ ਭਰਦਾ, ਟਿੱਬਿਆਂ ਨੂੰ ਹਰਾ ਭਰਾ ਕਰਦਾ, ਜ਼ਿੰਦਗੀ ਦੀ ਅਸੀਸ ਦਿੰਦਾ, ਧਰਤੀ ਦਾ ਪਹਿਰਾਵਾ ਬਦਲਦਾ, ਦਰਖਤਾਂ ਬੂਟਿਆਂ ਖੇਤਾਂ ਨੂੰ ਨਵਾਂ ਜੀਵਨ ਦਿੰਦਾ, ਬਹਿੰਦਾ ਖਲੋਂਦਾ ਰੁਕਦਾ ਵਹਿੰਦਾ ਉੱਡਦਾ ਕੁਦਰਤ ਦੇ ਹੁਕਮ 'ਚ ਰਹਿੰਦਾ ਹੈ ਤੇ ਧਰਤੀ ਦੀ ਪਰਿਕਰਮਾ ਕਰਕੇ ਮੁੜ ਜਾਂਦਾ ਹੈ। ਨੈਕਸਟ। ਨਾਰਦ ਨੇ ਕ੍ਰਿਸ਼ਨ ਨੂੰ ਪੁੱਛਿਆ, ਤੈਨੂੰ ਸਭ ਤੋਂ ਵੱਧ ਪਿਆਰ ਕੌਣ ਕਰਦਾ ਹੈ? ਕ੍ਰਿਸ਼ਨ ਨੇ ਨਾਰਦ ਨੂੰ ਉੱਤਰ ਦਿੱਤਾ, ਵਰਿੰਦਾਵਨ ਜਾ ਤੇ ਪਤਾ ਕਰਕੇ ਆ। ਜਿਹਨੂੰ ਮੇਰੇ ਨਾਲ ਪਿਆਰ ਹੋਵੇ ਉਹਨੂੰ ਯੋਗ ਸਾਧਨਾ ਸਿਖਾਈ ਤੇ ਧਿਆਨ ਕਰਨ ਦੀ ਸਿਖਲਾਈ ਦੇਈ। ਨਾਰਦ ਚਲਾ ਗਿਆ। ਰਾਧਾ ਵੇਖੀ ਜਮਨਾ ਦੇ ਕਿਨਾਰੇ ਗੋਪੀਆਂ ਦੇ ਨਾਲ। ਨਾਰਦ ਨੇ ਕਿਹਾ, ਮੈਂ ਸਾਧਨਾ ਸਿਖਾ ਸਕਦਾ, ਜਿਹੜੇ ਸਿੱਖਣਾ ਚਾਹੁੰਦੇ ਹਨ ਉਹ ਆ ਜਾਣ। ਰਾਧਾ ਖੁਸ਼ ਸੀ ਕਿ ਉਹ ਯੋਗ ਸਾਧਨਾ ਸਿੱਖੇਗੀ ਕਿਉਂਕਿ ਕਿਸੇ ਵੇਲੇ ਉਹਨੂੰ ਕ੍ਰਿਸ਼ਨ ਨੇ ਯੋਗ ਸਾਧਨਾ ਸਿੱਖਣ ਲਈ ਕਿਹਾ ਸੀ। ਕੁਝ ਦਿਨਾਂ ਮਗਰੋਂ ਨਾਰਦ ਨੇ ਕਿਹਾ, ਆਪਣੇ ਇਸ਼ਟ ਦੇਵ 'ਤੇ ਆਪਣਾ ਧਿਆਨ ਇਕਾਗਰ ਕਰੋ, ਕ੍ਰਿਸ਼ਨ 'ਤੇ ਧਿਆਨ ਇਕਾਗਰ ਕਰੋ। ਰਾਧਾ ਇੱਕਦਮ ਖੜੀ ਹੋ ਕੇ ਬੋਲੀ, ਕੀ ਧਿਆਨ ਇਸ ਵਾਸਤੇ ਸਿਖਾਉਂਦਾ ਰਿਹਾ? ਕ੍ਰਿਸ਼ਨ ਦਾ ਮੇਰੇ ਅੰਗ ਸੰਗ ਹੈ, ਮੈਂ ਕ੍ਰਿਸ਼ਨ 'ਤੇ ਧਿਆਨ ਕਿਵੇਂ ਇਕਾਗਰ ਕਰਾਂ? ਇਕਾਗਰ ਕਰਨ ਦੀ ਲੋੜ ਤਾਂ ਪਏਗੀ ਜੇ ਧਿਆਨ ਕਦੇ ਪਰੇ ਗਿਆ ਹੋਵੇ। ਜੇ ਤੇਰੇ 'ਚ ਕੁਝ ਸਿਖਾਉਣ ਦੀ ਯੋਗਤਾ ਹੈ ਤਾਂ ਮੈਨੂੰ ਇਹ ਸਿਖਾ ਕੇ ਵਿਖਾ ਕਿ ਮੈਂ ਕ੍ਰਿਸ਼ਨ ਤੋਂ ਆਪਣਾ ਧਿਆਨ ਪਰੇ ਕਿਵੇਂ ਕਰਾਂ। ਨਾਰਦ ਨੇ ਕਿਹਾ, ਮੇਰੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੈ। ਨੈਕਸਟ। ਕਈ ਅਵਸਰ ਹੱਥੋਂ ਗਵਾ ਕੇ ਅਸੀਂ ਲੰਮਾ ਅਰਸਾ ਪਛਤਾਉਂਦੇ ਰਹਿੰਦੇ ਹਾਂ। ਇੱਕ ਬੁੱਢੀ ਮੰਗਤੀ ਦੂਜੇ ਤੀਜੇ ਦਿਨ ਆਉਂਦੀ ਸੀ, 1 ਰੁਪਇਆ ਲੈ ਜਾਂਦੀ ਸੀ। ਕਦੇ ਕਦੇ ਮੈਂ 2 ਰੁਪਏ ਵੀ ਦੇ ਦਿੰਦਾ ਸਾਂ ਕਿਉਂਕਿ ਉਹ ਕਈ ਦਿਨਾਂ ਮਗਰੋਂ ਆਈ ਹੁੰਦੀ ਸੀ। ਇੱਕ ਵਾਰੀ ਉਹਨੇ ਨਾਲ ਦੀ ਦੁਕਾਨ ਤੋਂ ਪੁੱਛਿਆ, ਰਜਾਈ ਕਿੰਨੇ ਦੀ ਬਣਦੀ ਹੈ? ਉਹ ਚਲੀ ਗਈ ਸੀ। ਮੈਂ ਸੁਣ ਲਿਆ ਸੀ। ਸੋਚਿਆ ਅਗਲੀ ਵਾਰ ਆਏਗੀ 100 ਰੁਪਏ ਦੇਵਾਂਗਾ। ਫਿਰ ਖਿਆਲ ਆਇਆ, ਜੇ ਦੇਣੇ ਹੀ ਹਨ ਤਾਂ ਹੁਣੇ ਹੀ ਦੇ ਦੇਣੇ ਚਾਹੀਦੇ ਹਨ।
ਮੈਂ ਉਹਨੂੰ ਵਾਪਸ ਬੁਲਾਉਣ ਲਈ ਬਾਹਰ ਗਿਆ, ਪਰ ਉਹ ਜਾ ਚੁੱਕੀ ਸੀ। ਉਹ ਫਿਰ ਕਦੇ ਆਈ ਹੀ ਨਾ। ਕੁਝ ਦਿਨਾਂ ਮਗਰੋਂ ਪਤਾ ਚੱਲਿਆ ਉਹ ਚਲਾਣਾ ਕਰ ਗਈ ਸੀ। ਉਹ 100 ਰੁਪਏ ਭਾਵੇਂ ਕਿਸੇ ਹੋਰ ਨੂੰ ਦੇ ਦਿੱਤੇ, ਪਰ ਉਸ ਦਿਨ ਉਸ ਨੂੰ ਇਹ ਪੈਸੇ ਨਾ ਦੇ ਸਕਣ ਦਾ ਪਛਤਾਵਾ ਅਜੇ ਵੀ ਹੈ। ਨੈਕਸਟ, ਪਾਦਰੀ ਕਹਿ ਰਿਹਾ ਸੀ ਪਰਮਾਤਮਾ ਦੀਆਂ ਬਣਾਈਆਂ ਚੀਜ਼ਾਂ ਵਿੱਚ ਕੋਈ ਨੁਕਸ ਨਹੀਂ ਹੈ। ਸੁਣ ਕੇ ਇੱਕ ਕੁੱਬਾ ਖੜਾ ਹੋ ਗਿਆ ਤੇ ਕਹਿਣ ਲੱਗਾ, ਮੇਰੇ ਵੱਲ ਵੇਖੋ। ਪਾਦਰੀ ਨੇ ਪ੍ਰਸ਼ੰਸਾਮਈ ਅੰਦਾਜ਼ ਨਾਲ ਕਿਹਾ, ਵੇਖੋ ਪਰਮਾਤਮਾ ਨੇ ਕਿੰਨਾ ਸੋਹਣਾ ਕੁੱਬਾ ਬਣਾਇਆ ਹੈ। ਨੈਕਸਟ, ਜਰਮਨੀ ਦੇ ਇੱਕ ਪ੍ਰਸਿੱਧ ਸੰਗੀਤਕਾਰ ਦੀ ਸੰਗੀਤ ਮੰਡਲੀ ਵਿਚਲਾ ਵਾਇਲਨ ਵਜਾਉਣ ਵਾਲਾ ਕਲਾਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਤੇ ਸੰਗੀਤਕਾਰ ਨੂੰ ਵਾਇਲਨ ਵਜਾਉਣ ਵਾਲੇ ਇੱਕ ਮਾਹਰ ਕਲਾਕਾਰ ਦੀ ਲੋੜ ਸੀ। ਉਹਨੇ ਆਪਣੇ ਸਕੱਤਰ ਨੂੰ ਪ੍ਰਬੰਧ ਕਰਨ ਲਈ ਕਿਹਾ। ਸਕੱਤਰ ਨੂੰ ਕਿਸੇ ਨੇ ਦੱਸ ਪਾਈ ਕਿ ਵਾਇਲਨ ਦਾ ਇੱਕ ਚੰਗਾ ਕਲਾਕਾਰ ਹੈ, ਪਰ ਉਹ ਇੱਕ ਪਿੰਡ 'ਚ ਰਹਿੰਦਾ ਹੈ। ਜੇ ਉਹਦੀ ਕਲਾ ਦੀ ਪਰਖ ਕਰਨ ਵਾਸਤੇ ਉਹਨੂੰ ਬੁਲਾਇਆ ਜਾਏ ਤਾਂ ਉਹ ਪਰਖੇ ਜਾਣ ਲਈ ਨਹੀਂ ਆਏਗਾ, ਉਸ ਕੋਲ ਜਾਣਾ ਪਏਗਾ। ਜੇ ਉਹ ਤੁਹਾਨੂੰ ਪਸੰਦ ਆ ਗਿਆ ਤਾਂ ਉਹਨੂੰ ਤੁਹਾਡੀ ਸੰਗੀਤ ਮੰਡਲੀ 'ਚ ਕੰਮ ਕਰਨ ਲਈ ਮੈਂ ਮਨਾ ਲਵਾਂਗਾ। ਸੰਗੀਤਕਾਰ ਆਪਣੇ ਸਕੱਤਰ ਨਾਲ ਵਾਇਲਨ ਵਜਾਉਣ ਵਾਲੇ ਦੇ ਪਿੰਡ ਗਿਆ। ਵਾਇਲਨ ਦਾ ਕਲਾਕਾਰ ਸਰਦੀਆਂ ਦੀ ਧੁੱਪ 'ਚ ਬੈਠਾ ਸੀ। ਉਹਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਮਹਿਮਾਨਾਂ ਲਈ ਕੁਰਸੀਆਂ ਉਹ ਆਪ ਲੈ ਕੇ ਆਇਆ। ਉਹਨੇ ਕਿਹਾ, ਮੈਂ ਆਪ ਸਿਗਾਰ ਨਹੀਂ ਪੀਂਦਾ, ਸੋਏ ਰੱਖੇ ਵੀ ਨਹੀਂ, ਮਾਲਟੇ ਖਾਵਾਂਗੇ। ਉਹ ਮਾਲਟੇ ਤੋੜ ਲਿਆਇਆ। ਉਹਨੇ ਦਸਤਾਨੇ ਪਾ ਕੇ ਮਾਲਟੇ ਕੱਟੇ, ਫਾੜੀਆਂ ਤੋਂ ਤਾਰਾਂ ਬੜੇ ਸਲੀਕੇ ਨਾਲ ਵੱਖ ਕੀਤੀਆਂ। ਅੰਦਰੋਂ ਪਲੇਟਾਂ 'ਤੇ ਲੂਣ ਲੈ ਆਇਆ ਤੇ ਤਸ਼ਤਰੀ 'ਚ ਰੱਖ ਕੇ ਉਹਨੇ ਬੜੇ ਆਦਰ ਨਾਲ ਮਾਲਟੇ ਖਾਣ ਲਈ ਬੇਨਤੀ ਕੀਤੀ। ਪਤਨੀ ਇੱਕ ਟਰੇ 'ਚ ਉਹਨਾਂ ਦੇ ਹੱਥ ਧੋਣ ਲਈ ਗਰਮ ਪਾਣੀ ਤੇ ਨਿੱਕੇ ਨਿੱਕੇ ਤੌਲੀਏ ਲੈ ਕੇ ਆਈ। ਮਹਿਮਾਨਾਂ ਨੇ ਬੜੇ ਪਿਆਰ ਨਾਲ ਮਾਲਟੇ ਖਾਧੇ। ਪਤੀ ਪਤਨੀ ਦਾ ਸਲੀਕਾ ਮੋਹ ਲੈਣ ਵਾਲਾ ਸੀ। ਉਹਨਾਂ ਦੇ ਘਰ ਦੀ ਹਰ ਚੀਜ਼ ਵਿੱਚੋਂ ਸੋਝ ਦਿਸਦਾ ਸੀ, ਕਲਾ ਝਲਕਦੀ ਸੀ। ਸੰਗੀਤਕਾਰ ਨੇ ਉਸ ਵਾਇਲਨ ਦੇ ਕਲਾਕਾਰ ਨੂੰ ਆਪਣੇ ਘਰ ਖਾਣੇ 'ਤੇ ਆਉਣ ਲਈ ਸੱਦਾ ਦਿੱਤਾ ਤੇ ਉਹ ਆਪਣੇ ਸਕੱਤਰ ਨਾਲ ਵਾਪਸ ਚੱਲ ਪਿਆ। ਸਕੱਤਰ ਨੇ ਕਿਹਾ, ਜਿਹੜੇ ਕੰਮ ਆਏ ਸੀ ਉਹ ਤਾਂ ਕੀਤਾ ਹੀ ਨਹੀਂ, ਕੁਝ ਪੁੱਛਿਆ ਹੀ ਨਹੀਂ। ਸੰਗੀਤਕਾਰ ਨੇ ਕਿਹਾ, ਕੁਝ ਪੁੱਛਣ ਜਾਣਨ ਦੀ ਲੋੜ ਨਹੀਂ। ਜਿਹੜਾ ਮਾਲਟੇ ਇੰਨੇ ਸਲੀਕੇ ਨਾਲ ਖਵਾਉਂਦਾ ਹੈ ਉਹ ਵਾਇਲਨ ਵੀ ਚੰਗੀ ਵਜਾਉਂਦਾ ਹੋਏਗਾ। ਮੇਰੇ ਵੱਲੋਂ ਉਹਨੂੰ ਪੂਰੀ ਨਿਮਰਤਾ ਨਾਲ ਬੇਨਤੀ ਕਰੋ, ਉਹ ਭਾਵੇਂ ਮੇਰੀ ਸੰਗੀਤ ਮੰਡਲੀ ਦਾ ਮਾਲਕ ਬਣ ਜਾਏ, ਪਰ ਆ ਜਾਏ। ਨੈਕਸਟ, ਜਦੋਂ ਅਮਰੀਕਾ ਵਿੱਚ ਗੁਲਾਮੀ ਦੇ ਖਾਤਮੇ ਦੇ ਪੱਖ ਵਿੱਚ ਤੇ ਵਿਰੋਧ ਵਿੱਚ ਲੜੀ ਗਈ ਖਾਨਾ ਜੰਗੀ ਖਤਮ ਹੋਈ ਤੇ ਗੁਲਾਮੀ ਦਾ ਖਾਤਮਾ ਹੋਇਆ ਤਾਂ ਇਬਰਾਹਿਮ ਲਿੰਕਨ ਨੇ ਆਪਣੀ ਪਤਨੀ ਨਾਲ ਬੱਗੀ 'ਚ ਬਹਿ ਕੇ ਆਜ਼ਾਦ ਹੋਏ ਗੁਲਾਮਾਂ ਦੀਆਂ ਮੀਲਾਂ ਲੰਮੀਆਂ ਵਹੀਰਾਂ ਤੋਂ ਸਦਭਾਵੀ ਸ਼ੁਭ ਕਾਮਨਾਵਾਂ ਲੈਂਦਿਆਂ ਇੱਧਰ ਉੱਧਰ ਵੇਖਿਆ। ਲਿੰਕਨ ਦੀਆਂ ਅੱਖਾਂ ਵਿੱਚ ਉਦਾਸੀ ਦੇ ਅੱਥਰੂ ਸਨ, ਪਰ ਮਨ 'ਚ ਖੁਸ਼ੀ ਦਾ ਸਮੁੰਦਰ ਠਾਠਾ ਮਾਰ ਰਿਹਾ ਸੀ। ਖੁਸ਼ੀ ਜਿੱਤ ਤੇ ਸਫਲਤਾ ਦੀ ਸੀ, ਪਰ ਕੁਰਬਾਨੀਆਂ ਦੀ ਜਿਹੜੀ ਭਾਰੀ ਕੀਮਤ ਦੇਣੀ ਪਈ ਸੀ ਉਹਦੀ ਉਦਾਸੀ ਸੀ। ਲਿੰਕਨ ਦੇ ਬੁੱਲ੍ਹਾਂ 'ਤੇ ਮੁਸਕਰਾਹਟ ਸੀ, ਪਰ ਉਹਦੀਆਂ ਅੱਖਾਂ 'ਚ ਹੰਝੂ ਸਨ। ਇੱਕੋ ਵੇਲੇ ਮੀਂਹ ਪੈ ਰਿਹਾ ਸੀ ਤੇ ਧੁੱਪ ਚੜ੍ਹੀ ਹੋਈ ਸੀ। ਦੱਸਿਆ ਨਹੀਂ ਸੀ ਜਾ ਸਕਦਾ ਕਿ ਲਿੰਕਨ ਖੁਸ਼ ਵਧੇਰੇ ਸੀ ਕਿ ਉਦਾਸ ਵਧੇਰੇ ਸੀ। ਨੈਕਸਟ, ਮੇਰੇ ਇੱਕ ਮਿੱਤਰ ਦੀ ਧੀ ਦੂਜੇ ਸ਼ਹਿਰ 'ਚ ਵਿਆਹੀ ਹੋਈ ਸੀ। ਕਈ ਮਹੀਨੇ ਗੁਜ਼ਰ ਗਏ ਸਨ, ਕੋਈ ਸੁੱਖ ਸੁਨੇਹਾ ਨਹੀਂ ਸੀ ਆਇਆ। ਉਸ ਸਮੇਂ ਟੈਲੀਫੋਨ ਆਮ ਨਹੀਂ ਸਨ। ਮਿੱਤਰ ਨੇ ਕਿਹਾ, ਇੱਕ ਦਿਨ ਜਾ ਕੇ ਆਵਾਂਗੇ। ਮੈਨੂੰ ਇਸ ਲਈ ਨਾਲ ਲਿਜਾ ਰਿਹਾ ਸੀ ਤਾਂ ਕਿ ਮੈਂ ਘੋਖ ਪਰਖ ਕਰਕੇ ਅਨੁਮਾਨ ਲਾਵਾਂ ਕਿ ਉਹਦੀ ਧੀ ਉੱਥੇ ਠੀਕ ਠਾਕ ਸੀ। ਨਿਰਸੰਦੇਹ ਮੇਰੇ ਮਿੱਤਰ ਨੂੰ ਮੇਰੀ ਯੋਗਤਾ 'ਤੇ ਕੁਝ ਵਧੇਰੇ ਹੀ ਵਿਸ਼ਵਾਸ ਸੀ। 26 ਜਨਵਰੀ ਦੀ ਛੁੱਟੀ ਵਾਲੇ ਦਿਨ ਅਸੀਂ ਚਲੇ ਗਏ। ਜਦੋਂ ਪਹੁੰਚੇ ਤਾਂ ਨਿੱਕੀਆਂ ਨਿੱਕੀਆਂ ਕਣੀਆਂ ਪੈ ਰਹੀਆਂ ਸਨ। ਕੁੰਡਾ ਖੜਕਾਇਆ। ਵੇਸਣ ਨਾਲ ਲਿਬੜੇ ਹੱਥਾਂ ਨਾਲ ਧੀ ਦੀ ਨਨਾਣ ਨੇ ਦਰਵਾਜ਼ਾ ਖੋਲ੍ਹਿਆ। ਅਸੀਂ ਬਹਾਨਾ ਲਾਇਆ ਕਿ ਕਿਸੇ ਕੰਮ ਆਏ ਸਾਂ, ਸੋਚਿਆ ਮਿਲਦੇ ਜਾਈਏ। ਨਨਾਣ ਭਰਜਾਈ ਪਕੌੜੇ ਤਲ ਰਹੀਆਂ ਸਨ। ਅਸੀਂ ਪਕੌੜੇ ਖਾਧੇ, ਚਾਹ ਪੀਤੀ, ਸੁੱਖ ਸਾਂਦ ਪੁੱਛੀ ਤੇ ਉਹਨਾਂ ਵੱਲੋਂ ਹੋਰ ਰੁਕਣ ਲਈ ਕਹਿਣ ਦੇ ਬਾਵਜੂਦ ਸ਼ਗਨ ਦੇ ਕੇ ਧੰਨਵਾਦ ਕਰਕੇ ਚੱਲ ਪਏ।
ਮੇਰੇ ਮਿੱਤਰ ਨੇ ਪੁੱਛਿਆ, ਕੋਈ ਗੱਲਬਾਤ ਤਾਂ ਕੀਤੀ ਨਹੀਂ? ਜਿਹੜੇ ਕੰਮ ਆਏ ਸੀ ਉਹ ਤਾਂ ਹੋਇਆ ਨਹੀਂ। ਆਪਣੀ ਸਿਆਣਪ ਦਾ ਸਬੂਤ ਦਿੰਦਿਆਂ ਮੈਂ ਕਿਹਾ, ਅਸੀਂ ਬਿਨਾਂ ਸੂਚਨਾ ਦਿੱਤੇ ਗਏ ਸਾਂ, ਸੋ ਸਾਡਾ ਥੋੜ੍ਹੀ ਦੇਰ ਹੀ ਰੁਕਣਾ ਬਣਦਾ ਸੀ। ਮੈਂ ਕਿਹਾ, ਗੱਲਬਾਤ ਦੀ ਕੋਈ ਲੋੜ ਨਹੀਂ ਸੀ, ਕਿਉਂਕਿ ਪਤਨੀ ਭਾਵੇਂ ਰੁੱਸੀ ਹੋਵੇ ਭਾਵੇਂ ਲੜੀ ਹੋਵੇ, ਰੋਟੀ ਤਾਂ ਉਹਨੇ ਪਕਾਉਣੀ ਹੁੰਦੀ ਹੈ। ਪਰ ਪਕੌੜੇ ਤਾਂ ਹੀ ਤਲੇ ਜਾਣਗੇ ਜੇ ਸਭ ਕੁਝ ਠੀਕ ਹੋਏਗਾ। ਨਾਲੇ ਪਕੌੜੇ ਉਹਦੀ ਧੀ ਇਕੱਲੀ ਨਹੀਂ, ਨਨਾਣ ਭਰਜਾਈ ਰਲ ਕੇ ਤਲ ਰਹੀਆਂ ਸਨ ਅਤੇ ਸੱਸ ਸਾਰਿਆਂ ਨੂੰ ਵਰਤਾ ਰਹੀ ਸੀ ਅਤੇ ਸਾਰੇ ਪਕੌੜੇ ਖਾ ਰਹੇ ਸਨ ਅਤੇ ਉਂਗਲਾਂ ਚੱਟ ਰਹੇ ਸਨ। ਸੁੱਖ ਸਾਂਦ ਦਾ ਇਸ ਤੋਂ ਵੱਡਾ ਹੋਰ ਸਬੂਤ ਕੀ ਹੋ ਸਕਦਾ ਸੀ? ਨੈਕਸਟ। ਸਵਿਟਜ਼ਰਲੈਂਡ ਦੀ ਰਾਜਕੁਮਾਰੀ ਨੇ ਦੇਸ਼ ਦੀ ਹਰਮਨ ਪਿਆਰੀ ਆਪਣੀ ਮਾਂ ਮਹਾਰਾਣੀ ਦੇ ਜਨਮ ਦਿਹਾੜੇ 'ਤੇ ਮਹਿਲ ਦੀ ਬੈਲਕਨੀ ਵਿੱਚੋਂ ਲੋਕਾਂ ਵੱਲੋਂ ਕੱਢੇ ਗਏ ਸ਼ੁਭ ਇੱਛਾਵਾਂ ਦੇ ਜਲੂਸ ਨੂੰ ਵੇਖਦਿਆਂ ਪੁੱਛਿਆ, ਕੀ ਇਹ ਸਾਰੇ ਲੋਕ ਸਾਡੇ ਹਨ? ਮਹਾਰਾਣੀ ਨੇ ਕਿਹਾ, ਨਹੀਂ ਬੇਟੀ, ਇਹ ਸਾਡੇ ਨਹੀਂ, ਅਸੀਂ ਇਹਨਾਂ ਦੇ ਹਾਂ। ਨੈਕਸਟ। ਇੱਕ ਵਿਅਕਤੀ ਨੇ ਬੇੜੀ ਵਿੱਚ ਕਿਸੇ ਨੂੰ ਪੁੱਛਿਆ, ਜੇ ਬੇੜੀ ਉਲਟ ਜਾਏ ਤੇ ਮੇਰੀ ਮਾਂ ਤੇ ਪਤਨੀ ਦੋਵੇਂ ਡੁੱਬ ਰਹੀਆਂ ਹੋਣ ਤਾਂ ਮੈਂ ਕਿਹਨੂੰ ਬਚਾਵਾਂ? ਸੁਣਨ ਵਾਲੇ ਨੇ ਕਿਹਾ, ਤੂੰ ਮਾਂ ਨੂੰ ਬਚਾਈ, ਤੇਰੀ ਪਤਨੀ ਨੂੰ ਬਚਾਉਣ ਵਾਲੇ ਕਈ ਆ ਜਾਣਗੇ। ਨੈਕਸਟ। ਪਸ਼ੂ ਆਪਣਾ ਭੋਜਨ ਕਿਸੇ ਹੋਰ ਪਸ਼ੂ ਨੂੰ ਨਹੀਂ ਦਿੰਦਾ। ਬਿੱਲੀ ਆਪਣਾ ਮਾਰਿਆ ਚੂਹਾ ਕਿਸੇ ਦੂਜੀ ਬਿੱਲੀ ਨੂੰ ਨਹੀਂ ਦਿੰਦੀ। ਸ਼ੇਰ ਆਪਣਾ ਸ਼ਿਕਾਰ ਕਿਸੇ ਹੋਰ ਸ਼ੇਰ ਨਾਲ ਸਾਂਝਾ ਨਹੀਂ ਕਰਦਾ। ਪਰ ਮਨੁੱਖ ਆਪਣਾ ਭੋਜਨ ਵੰਡਦਾ ਹੀ ਨਹੀਂ, ਸਗੋਂ ਲੋੜ ਪੈਣ 'ਤੇ ਆਪਣਾ ਸਾਰਾ ਭੋਜਨ ਕਿਸੇ ਲੋੜਵੰਦ ਨੂੰ ਦੇ ਕੇ ਆਪ ਭੁੱਖਾ ਵੀ ਰਹਿ ਸਕਦਾ ਹੈ। ਆਪਣਾ ਭੋਜਨ ਹੀ ਨਹੀਂ, ਆਪਣੀ ਨੀਂਦਰ ਵੀ ਦੇ ਸਕਦਾ ਹੈ। ਬਿਮਾਰ ਦੇ ਸਿਰਹਾਣੇ ਸਾਰੀ ਰਾਤ ਬਹਿ ਸਕਦਾ। ਆਪ ਗਰਮੀ ਝੱਲ ਕੇ ਕਿਸੇ ਹੋਰ ਨੂੰ ਪੱਖਾ ਝੱਲ ਸਕਦਾ ਹੈ। ਉਹ ਆਪਣੀ ਜਾਇਦਾਦ ਹੀ ਨਹੀਂ, ਆਪਣੀ ਜਾਨ ਹੀ ਨਹੀਂ, ਆਪਣੇ ਪਿਤਾ ਵੀ ਦੂਜਿਆਂ ਲਈ ਵਾਰ ਸਕਦਾ ਹੈ। ਆਪਣੇ ਸਾਰੇ ਪੁੱਤਰ ਖਿੜੇ ਮੱਥੇ ਕੁਰਬਾਨ ਕਰਵਾ ਸਕਦਾ ਹੈ, ਕਿਉਂਕਿ ਉਹ ਮਨੁੱਖ ਹੈ। ਹਰ ਮਨੁੱਖ ਵਿੱਚ ਪਰਮ ਮਨੁੱਖ ਬਣਨ ਦੀਆਂ ਸੰਭਾਵਨਾਵਾਂ ਹੁੰਦੀਆਂ ਹਨ। ਧੰਨਵਾਦ। ਨੈਕਸਟ। ਜਦੋਂ ਸਮੁੱਚੀ ਸਥਿਤੀ ਨਿਰਾਸ਼ਾਜਨਕ ਹੋਵੇ ਤਾਂ ਦੇਸ਼ ਨੂੰ ਵੱਖ-ਵੱਖ ਖੇਤਰਾਂ 'ਚ ਉਹਨਾਂ ਆਗੂਆਂ ਦੀ ਲੋੜ ਪੈਂਦੀ ਹੈ ਜਿਹੜੇ ਕੌਮ ਦਾ ਹੌਸਲਾ ਉੱਚਾ ਚੁੱਕਣ। 20ਵੀਂ ਸਦੀ ਦੇ ਤੀਜੇ ਦਹਾਕੇ ਦੇ ਅੰਤ 'ਤੇ ਸਾਰਾ ਯੂਰਪ ਆਰਥਿਕ ਮੰਦਵਾੜੇ ਦਾ ਸ਼ਿਕਾਰ ਸੀ। ਇੰਗਲੈਂਡ ਉਸ ਵੇਲੇ ਵਿਸ਼ਵ ਸ਼ਕਤੀ ਸੀ, ਪਰ ਆਰਥਿਕ ਮੰਦੀ ਦਾ ਸਭ ਤੋਂ ਵੱਧ ਸ਼ਿਕਾਰ ਸੀ। ਉਸ ਵੇਲੇ ਇੰਗਲੈਂਡ ਦੇ ਵਿਸ਼ਵ ਪ੍ਰਸਿੱਧ ਕ੍ਰਿਕਟ ਖਿਡਾਰੀ ਬ੍ਰੈਡਮੈਨ ਨੇ ਵਿਦੇਸ਼ ਵਿੱਚ ਖੇਡੇ ਇੱਕ ਮੈਚ ਵਿੱਚ 305 ਦੌੜਾਂ ਬਣਾ ਕੇ ਇੰਗਲੈਂਡ ਦੇ ਸਾਰੇ ਦੇਸ਼ ਵਾਸੀਆਂ ਦੇ ਹੌਸਲੇ ਬੁਲੰਦ ਕਰ ਦਿੱਤੇ ਸਨ। ਇੰਗਲੈਂਡ ਵਾਸੀਆਂ ਨੂੰ ਲੱਗਣ ਲੱਗ ਪਿਆ ਸੀ ਕਿ ਜਿਵੇਂ ਖੇਡ ਦੇ ਮੈਦਾਨ 'ਚ ਸਫਲਤਾ ਮਿਲੀ ਹੈ, ਆਰਥਿਕ ਮੈਦਾਨ 'ਚ ਵੀ ਮਿਲੇਗੀ, ਅਤੇ ਹੋਇਆ ਵੀ ਇਵੇਂ। ਲੋੜ ਹੌਸਲਾ ਉੱਚਾ ਕਰਨ ਦੀ ਹੀ ਸੀ, ਬਾਕੀ ਸਭ ਕੁਝ ਹਾਜ਼ਰ ਸੀ। ਬ੍ਰੈਡਮੈਨ ਦੀ ਕ੍ਰਿਕਟ ਵਿੱਚ ਸਫਲਤਾ ਨਾਲ ਉਹ ਸਾਰੇ ਕ੍ਰਿਕਟ ਜਗਤ ਵਿੱਚ ਪ੍ਰਸਿੱਧ ਹੋ ਗਿਆ ਸੀ। ਇੱਕ ਵਾਰੀ ਬ੍ਰੈਡਮੈਨ ਆਸਟ੍ਰੇਲੀਆ 'ਚ ਖੇਡ ਰਿਹਾ ਸੀ। ਉਹਦੇ ਇੱਕ ਪ੍ਰਸ਼ੰਸਕ ਨੇ ਚਿੱਠੀ ਲਿਖੀ, ਜਿਸ ਉੱਤੇ ਬ੍ਰੈਡਮੈਨ ਦਾ ਪਤਾ ਨਹੀਂ ਸੀ ਲਿਖਿਆ ਹੋਇਆ। ਕੇਵਲ ਇੰਨਾ ਹੀ ਲਿਖਿਆ ਸੀ, ਬ੍ਰੈਡਮੈਨ, ਜਿਹੜਾ ਆਸਟ੍ਰੇਲੀਆ 'ਚ ਕਿਧਰੇ ਕ੍ਰਿਕਟ ਖੇਡ ਰਿਹਾ ਹੈ। ਇਹ ਖੱਤ ਬ੍ਰੈਡਮੈਨ ਨੂੰ ਪਹੁੰਚਾਇਆ ਗਿਆ। ਬ੍ਰੈਡਮੈਨ ਇੰਨਾ ਪ੍ਰਸਿੱਧ ਹੋ ਗਿਆ ਸੀ ਕਿ ਲੋਕ ਉਹਦੇ ਪੁੱਤਰ ਦੇ ਨਾਮ ਵਿੱਚ ਬ੍ਰੈਡਮੈਨ ਲਿਖਿਆ ਪੜ੍ਹ ਕੇ ਉਹਨੂੰ ਮਿਲਣ ਲਈ ਘੇਰ ਲੈਂਦੇ ਸਨ। ਬ੍ਰੈਡਮੈਨ ਦੇ ਪੁੱਤਰ ਨੇ ਇਹ ਕਹਿ ਕੇ ਕਿ ਇੰਗਲੈਂਡ ਲਈ ਇੱਕ ਹੀ ਬ੍ਰੈਡਮੈਨ ਕਾਫੀ ਹੈ, ਪ੍ਰਸ਼ੰਸਕਾਂ ਦੀਆਂ ਭੀੜਾਂ ਤੋਂ ਬਚਣ ਲਈ ਆਪਣਾ ਨਾਮ ਬਦਲ ਲਿਆ ਸੀ। ਨੈਕਸਟ। ਅੰਦਰੋਂ ਭਰੇ ਹੋਏ ਵਿਅਕਤੀ ਇਉਂ ਵਿਹਾਰ ਕਰਦੇ ਹਨ ਜਿਵੇਂ ਕੁਝ ਨਾ ਵਾਪਰਿਆ ਹੋਵੇ, ਭਾਵੇਂ ਸਭ ਕੁਝ ਵਾਪਰ ਗਿਆ ਹੋਵੇ। ਇੱਕ ਵਿਅਕਤੀ ਦੇ ਖੂਨ ਦੀ ਕਿਸਮ ਬੜੀ ਅਸਾਧਾਰਨ ਸੀ, ਜੋ ਫੌਰੀ ਦੇਣ ਨਾਲ ਕਿਸੇ ਮਰ ਰਹੇ ਵਿਅਕਤੀ ਦੀ ਜਾਨ ਬਚਾ ਸਕਦੀ ਸੀ। ਇਸ ਵਿਅਕਤੀ ਨੇ ਆਪਣਾ ਨਾਂ ਖੂਨਦਾਨ ਕਰਨ ਲਈ ਲਿਖਵਾਇਆ ਹੋਇਆ ਸੀ ਅਤੇ ਹਸਪਤਾਲ ਵਾਲਿਆਂ ਨੇ ਉਹਨੂੰ ਦੱਸਿਆ ਹੋਇਆ ਸੀ, ਜਦੋਂ ਵੀ ਲੋੜ ਪਏਗੀ, ਫੌਰੀ ਲੋੜ ਪਏਗੀ, ਝਟਪਟ ਪਹੁੰਚਣਾ ਹੋਏਗਾ। ਇੱਕ ਦਿਨ ਅਚਾਨਕ ਲੋੜ ਪੈ ਗਈ, ਉਹਨੂੰ ਬੁਲਾਇਆ ਗਿਆ। ਉਹ ਪਹੁੰਚਿਆ। ਡਾਕਟਰ ਨੇ ਕਿਹਾ, ਕਮਜ਼ੋਰ ਲੱਗ ਰਹੇ ਹੋ। ਉਹਨੇ ਕਿਹਾ, ਨਹੀਂ, ਮੈਂ ਠੀਕ ਹਾਂ। ਉਹਨੇ ਖੂਨ ਦਿੱਤਾ। ਖੂਨ ਦੇਣ ਉਪਰੰਤ ਆਪਰੇਸ਼ਨ ਕਰਨ ਤੋਂ ਮਗਰੋਂ ਡਾਕਟਰ ਨੇ ਪੁੱਛਿਆ,
ਤੁਸੀਂ ਚੁੱਪ ਲੱਗ ਰਹੇ ਸੀ। ਖੂਨ ਦੇਣ ਵਾਲੇ ਨੇ ਦੱਸਿਆ, ਮੇਰੀ ਪਤਨੀ ਦੀ ਹਾਦਸੇ 'ਚ ਮੌਤ ਹੋ ਗਈ ਹੈ। ਜਦੋਂ ਤੁਹਾਡਾ ਫੋਨ ਆਇਆ, ਉਹਦੇ ਭੋਗ ਦੀ ਅਰਦਾਸ ਹੋ ਰਹੀ ਸੀ। ਮੈਂ ਖੂਨ ਦੇਣ ਦਾ ਵਾਅਦਾ ਕੀਤਾ ਸੀ। ਮੇਰੀ ਪਤਨੀ ਮਰ ਚੁੱਕੀ ਸੀ। ਇਹ ਮਰੀਜ਼ ਮਰ ਰਿਹਾ ਸੀ। ਮੈਨੂੰ ਤਸੱਲੀ ਹੈ ਕਿ ਬਚ ਜਾਏਗਾ। ਇਸ ਨਾਲ ਮੇਰੀ ਪਤਨੀ ਦੀ ਆਤਮਾ ਨੂੰ ਜ਼ਰੂਰ ਸ਼ਾਂਤੀ ਮਿਲੇਗੀ। ਮੈਨੂੰ ਲੱਗ ਰਿਹਾ ਜਿਵੇਂ ਮੈਂ ਆਪਣਾ ਖੂਨ ਉਹਨੂੰ ਭੇਟ ਕੀਤਾ ਹੈ। ਧੰਨਵਾਦ। ਨੈਕਸਟ, ਪੂਰਨ ਸ਼ਾਂਤੀ ਦੀ ਆਸ ਤੇ ਇੱਛਾ ਭਰਮਜਾਲ ਹੁੰਦੀ ਹੈ। ਸਮਾਜ ਵਿੱਚ ਕਦੇ ਵੀ ਪੂਰਨ ਸ਼ਾਂਤੀ ਨਹੀਂ ਹੁੰਦੀ, ਕਦੇ ਹੋਈ ਨਹੀਂ, ਕਦੇ ਹੋਏਗੀ ਵੀ ਨਹੀਂ। ਜੇ ਰਾਜਨੀਤਿਕ ਸਮੱਸਿਆਵਾਂ ਹੱਲ ਹੋ ਜਾਣ ਤਾਂ ਆਰਥਿਕ ਸਮੱਸਿਆਵਾਂ ਉਪਜ ਪੈਂਦੀਆਂ ਹਨ। ਜੇ ਆਰਥਿਕ ਝਗੜੇ ਹੱਲ ਹੋ ਜਾਣ ਤਾਂ ਧਾਰਮਿਕ ਮਸਲੇ ਉਪਜ ਪੈਂਦੇ ਹਨ ਅਤੇ ਸਮਾਜਿਕ ਵਖਰੇਵੇਂ ਸਿਰ ਚੁੱਕਣ ਲੱਗ ਪੈਂਦੇ ਹਨ। ਜੇ ਇਹ ਵੀ ਹੱਲ ਹੋ ਜਾਣ ਤਾਂ ਪਰਿਵਾਰਕ ਉਲਝਣਾਂ, ਵਿਅਕਤੀਗਤ ਟਕਰਾਓ, ਕੁਦਰਤੀ ਵਿਪਤਾਵਾਂ ਆ ਜਾਂਦੀਆਂ ਹਨ। ਜੇ ਸਭ ਕੁਝ ਠੀਕ ਹੋ ਜਾਏ ਤਾਂ ਗੁਆਂਢੀ ਦੇਸ਼ ਝਗੜੇ ਉਪਜਾਉਣ ਲੱਗ ਪੈਂਦੇ ਹਨ। ਸਮੱਸਿਆਵਾਂ, ਝਗੜਿਆਂ, ਟਕਰਾਵਾਂ ਤੋਂ ਭੈਭੀਤ ਹੋਣ ਦੀ ਲੋੜ ਨਹੀਂ। ਲੋੜ ਇਸ ਗੱਲ ਦੀ ਹੈ ਕਿ ਅਸੀਂ ਮਜ਼ਬੂਤ ਬਣੀਏ। ਹਰ ਸਥਿਤੀ, ਸੰਕਟ, ਚੁਣੌਤੀ, ਧਮਕੀ ਆਦਿ ਦਾ ਦਲੇਰੀ ਨਾਲ ਸਾਹਮਣਾ ਕਰੀਏ। ਨੈਕਸਟ, ਇੱਕ ਸਧਾਰਨ ਕਿਸਾਨ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ। ਉਹਨੂੰ ਅਚਾਨਕ ਇੱਕ ਬੱਚੇ ਦੀਆਂ ਚੀਕਾਂ ਸੁਣੀਆਂ। ਕਿਸਾਨ ਦੌੜ ਕੇ ਗਿਆ, ਵੇਖਿਆ ਇੱਕ ਬੱਚਾ ਦਲਦਲ 'ਚ ਧੱਸਦਾ ਜਾ ਰਿਹਾ ਸੀ। ਕਿਸਾਨ ਨੇ ਉਸ ਬੱਚੇ ਨੂੰ ਬਚਾ ਲਿਆ। ਅਗਲੇ ਦਿਨ ਇੱਕ ਵੱਡੀ ਬੱਗੀ 'ਚ ਇੱਕ ਅਮੀਰ ਜੋੜਾ ਆਇਆ, ਜਿਹਨੇ ਘੁੰਮਣ ਲਈ ਉੱਧਰ ਆ ਨਿਕਲੇ ਆਪਣੇ ਪੁੱਤਰ ਨੂੰ ਬਚਾਉਣ ਕਰਕੇ ਕਿਸਾਨ ਦਾ ਭਰਪੂਰ ਧੰਨਵਾਦ ਕੀਤਾ ਅਤੇ ਕਿਹਾ, ਮੈਂ ਤੁਹਾਨੂੰ ਕੁਝ ਭੇਟ ਕਰਨਾ ਚਾਹੁੰਦਾ। ਕਿਸਾਨ ਨੇ ਕਿਹਾ, ਜਿਹੜਾ ਕੰਮ ਮੈਂ ਕੀਤਾ ਹੈ, ਅਜਿਹੇ ਕੰਮਾਂ ਦੇ ਪੈਸੇ ਨਹੀਂ ਵੱਟੇ ਜਾਂਦੇ। ਇੰਨੇ 'ਚ ਬੱਗੀ ਨੂੰ ਵੇਖ ਕੇ ਉਤਸੁਕਤਾ ਵਸ ਕਿਸਾਨ ਦਾ ਪੁੱਤਰ ਉੱਥੇ ਆ ਗਿਆ। ਬੱਗੀ ਵਾਲੇ ਨੇ ਕਿਹਾ, ਮੈਂ ਤੁਹਾਡੇ ਇਸ ਪੁੱਤਰ ਦੀ ਵਿੱਦਿਆ ਦੀ ਜ਼ਿੰਮੇਵਾਰੀ ਲੈਣੀ ਚਾਹੁੰਦਾ। ਇਹ ਸਾਰੀ ਪੜ੍ਹਾਈ ਮੇਰੇ ਖਰਚੇ 'ਤੇ ਕਰੇਗਾ। ਉਸ ਕਿਸਾਨ ਦਾ ਇਹ ਪੁੱਤਰ ਵੱਡਾ ਹੋ ਕੇ ਸੰਸਾਰ ਦਾ ਪ੍ਰਸਿੱਧ ਡਾਕਟਰ ਸਰ ਅਲੈਗਜ਼ੈਂਡਰ ਫਲੇਮਿੰਗ ਬਣਿਆ, ਜਿਹਨੇ ਪੈਨਸਿਲੀਨ ਦੀ ਕਾਢ ਕੱਢੀ। ਪੈਨਸਿਲੀਨ ਨੇ ਪਿਛਲੀ 1 ਸਦੀ ਦੌਰਾਨ 100 ਕਰੋੜ ਨਾਲੋਂ ਵੱਧ ਲੋਕਾਂ ਦੀ ਜਾਨ ਬਚਾਈ ਹੈ। ਇਤਫਾਕ ਦੀ ਗੱਲ ਹੈ ਕਿ ਧਨਵਾਨ ਵਿਅਕਤੀ ਦੇ ਉਸ ਪੁੱਤਰ ਨੂੰ 40 ਸਾਲ ਮਗਰੋਂ ਨਮੂਨੀਆ ਹੋ ਗਿਆ, ਜਿਹੜਾ ਫਲੇਮਿੰਗ ਦੀ ਪੈਨਸਿਲੀਨ ਨਾਲ ਠੀਕ ਹੋਇਆ। ਉਹ ਧਨਵਾਨ ਵਿਅਕਤੀ ਲਾਰਡ ਰੈਂਡਲਫ ਚਰਚਿਲ ਸੀ ਅਤੇ ਚਿੱਕੜ 'ਚ ਧੱਸਣ 'ਤੇ ਨਮੂਨੀਆ ਹੋਣ ਵਾਲੇ ਉਹਦੇ ਪੁੱਤਰ ਦਾ ਨਾਮ ਵਿੰਸਟਨ ਚਰਚਿਲ ਸੀ, ਜਿਹੜਾ ਦੂਜੇ ਵਿਸ਼ਵ ਯੁੱਧ ਸਮੇਂ ਬਰਤਾਨੀਆ ਦਾ ਪ੍ਰਧਾਨ ਮੰਤਰੀ ਸੀ, ਜਿਹਦੇ ਹੌਸਲੇ, ਸਿਦਕ ਅਤੇ ਦ੍ਰਿੜਤਾ ਦੀ ਸਾਰਾ ਸੰਸਾਰ ਹੁਣ ਵੀ ਦਾਦ ਦਿੰਦਾ ਹੈ। ਨੈਕਸਟ, ਕਿਸੇ ਅਦਾਕਾਰ ਦੀ ਅਦਾਕਾਰੀ ਕਰਦਿਆਂ ਸ਼ਕਲ ਹੋਰ ਹੁੰਦੀ ਹੈ, ਅਸਲ ਸ਼ਕਲ ਹੋਰ ਹੁੰਦੀ ਹੈ। ਚਾਰਲੀ ਚੈਪਲਿਨ ਇੱਕ ਬੜਾ ਗੰਭੀਰ ਵਿਅਕਤੀ ਸੀ, ਜਿਹਨੇ ਸੰਸਾਰ ਦੀਆਂ ਸਭ ਤੋਂ ਵੱਧ ਹਾਸਰਸੀ ਫਿਲਮਾਂ 'ਚ ਅਦਾਕਾਰੀ ਕੀਤੀ ਸੀ। ਉਹਦੀਆਂ ਫਿਲਮਾਂ ਨੂੰ ਵੇਖ ਕੇ ਰੋਗੀ ਤੰਦਰੁਸਤ ਹੋ ਜਾਂਦੇ ਸਨ। ਕਈ ਵਾਰੀ ਡਾਕਟਰ ਮਰੀਜ਼ਾਂ ਨੂੰ ਚਾਰਲੀ ਚੈਪਲਿਨ ਦੀਆਂ ਫਿਲਮਾਂ ਵੇਖਣ ਦੀ ਸਿਫਾਰਿਸ਼ ਕਰਦੇ ਸਨ। ਇੱਕ ਵਾਰੀ ਚਾਰਲੀ ਚੈਪਲਿਨ ਆਪ ਨਿਰਾਸ਼ ਤੇ ਢਹਿੰਦੀ ਕਲਾ 'ਚ ਸੀ। ਉਹ ਮਾਨਸਿਕ ਰੋਗਾਂ ਦੇ ਇੱਕ ਡਾਕਟਰ ਕੋਲ ਗਿਆ। ਡਾਕਟਰ ਨੇ ਮੁਆਇਨਾ ਕਰਕੇ ਦੱਸਿਆ ਕਿ ਤੁਹਾਨੂੰ ਹੱਸਣ ਖੇਡਣ ਦੀ ਲੋੜ ਹੈ, ਕਿਉਂਕਿ ਤੁਹਾਡੀ ਸਮੱਸਿਆ ਇਹ ਹੈ ਕਿ ਤੁਸੀਂ ਸੋਚਦੇ ਬਹੁਤ ਹੋ। ਸੋ ਸੋਚਣ ਤੋਂ ਧਿਆਨ ਹਟਾਉਣ ਲਈ ਤੁਸੀਂ ਚਾਰਲੀ ਚੈਪਲਿਨ ਦੀਆਂ ਫਿਲਮਾਂ ਵੇਖਿਆ ਕਰੋ। ਨੈਕਸਟ, ਕਿਸੇ ਇਸਤਰੀ ਨੂੰ ਚਾਹੁਣ ਜਾਂ ਨਾ ਚਾਹੁਣ ਦਾ ਫੈਸਲਾ ਪੁਰਸ਼ ਪਹਿਲੀ ਤੱਕਣੀ 'ਚ ਹੀ ਕਰ ਲੈਂਦਾ ਹੈ। ਇਸ ਪੱਖ ਤੋਂ ਪਹਿਲੀ ਝਲਕ ਬੜੀ ਮਹੱਤਵਪੂਰਨ ਹੁੰਦੀ ਹੈ। ਜਿਸ ਇਸਤਰੀ 'ਚ ਪੁਰਸ਼ ਦੀ ਦਿਲਚਸਪੀ ਨਾ ਹੋਵੇ, ਉਸ ਨਾਲ ਗੱਲਾਂ ਕਰਦਿਆਂ ਪੁਰਸ਼ ਨੂੰ ਕੋਈ ਸਮੱਸਿਆ ਨਹੀਂ ਹੁੰਦੀ, ਪਰ ਜਿਸ ਵਿੱਚ ਦਿਲਚਸਪੀ ਹੋਵੇ, ਉਸ ਨਾਲ ਗੱਲ ਕਰਦਿਆਂ ਪੁਰਸ਼ ਉਤੇਜਿਤ ਹੋ ਜਾਂਦਾ, ਕਿਉਂਕਿ ਡਰ ਅਤੇ ਆਸ ਦਾ ਵਾਤਾਵਰਣ ਉਹਨੂੰ ਅਸ਼ਾਂਤ ਕਰ ਦਿੰਦਾ ਹੈ। ਗੱਲਬਾਤ ਦੇ ਪਹਿਲੇ ਕੁਝ ਮਿੰਟ ਔਖੇ ਲੰਘਦੇ ਹਨ, ਫਿਰ ਦੋਵੇਂ ਇੱਕ ਦੂਜੇ ਨੂੰ ਤਾਲ ਦੇਣ ਲੱਗ ਪੈਂਦੇ ਹਨ। ਜੇ ਅੱਧਾ ਘੰਟਾ ਲੰਘ ਜਾਏ ਤਾਂ ਪੁਰਸ਼ ਉਸ ਇਸਤਰੀ ਬਾਰੇ ਹੀ ਨਹੀਂ, ਆਪਣੇ ਆਪ ਬਾਰੇ ਵੀ ਚੰਗਾ ਸੋਚਣ ਲੱਗ ਪੈਂਦਾ ਹੈ। ਇਸਤਰੀ ਪੁਰਸ਼ ਦੀ ਗੱਲਬਾਤ ਦਾ ਆਰੰਭ ਕਾਮਿਕ ਖਿੱਚ ਕਾਰਨ ਹੁੰਦਾ, ਪਰ ਇਹ ਜਾਰੀ ਉਹਨਾਂ ਦੀ ਪਰਸਪਰ ਦਿਲਚਸਪੀ ਨਾਲ ਰਹਿੰਦਾ ਹੈ। ਪੁਰਸ਼ ਨੂੰ ਉਹ ਇਸਤਰੀ ਚੰਗੀ ਲੱਗਦੀ ਹੈ ਜਿਹੜੀ ਉਹਦੀ ਭਟਕਣ ਦੂਰ ਕਰੇ, ਜਿਹੜੀ ਉਹਨੂੰ ਉਧੜੇ ਹੋਏ ਨੂੰ ਸਿਉਂ ਦੇਵੇ, ਨਾ ਕਿ ਸੀਤੇ ਹੋਏ ਨੂੰ ਉਧੇੜ ਦੇਵੇ।
ਇਸਤਰੀ ਨੂੰ ਉਹ ਪੁਰਸ਼ ਚੰਗਾ ਲੱਗਦਾ ਹੈ ਜਿਹੜਾ ਉਹਦਾ ਸਵੈ ਵਿਸ਼ਵਾਸ ਵਧਾਏ, ਜਿਹੜਾ ਉਹਨੂੰ ਸੋਹਣੀ ਸਿਆਣੀ ਅਤੇ ਚੰਗੀ ਇਸਤਰੀ ਹੋਣ ਦਾ ਅਹਿਸਾਸ ਕਰਵਾਏ ਅਤੇ ਉਹਨੂੰ ਆਪਣੇ ਇਸਤਰੀ ਹੋਣ ਦਾ ਮਾਣ ਮਹਿਸੂਸ ਹੋਣ ਲੱਗ ਪਏ। ਨੈਕਸਟ, ਜੇ ਤੁਹਾਡੇ ਕੋਲ 1 ਰੁਪਈਆ ਹੈ, ਮੇਰੇ ਕੋਲ 1 ਰੁਪਈਆ, ਜੇ ਵਟਾ ਲਈਏ ਤਾਂ ਦੋਵਾਂ ਕੋਲ 1-1 ਰੁਪਈਆ ਹੀ ਰਹੇਗਾ। ਜੇ ਤੁਹਾਡੇ ਕੋਲ ਇੱਕ ਚੰਗਾ ਖਿਆਲ ਹੈ ਅਤੇ ਮੇਰੇ ਕੋਲ ਵੀ ਇੱਕ ਚੰਗਾ ਵਿਚਾਰ ਹੈ, ਜੇ ਵਟਾ ਲਈਏ ਤਾਂ ਦੋਹਾਂ ਕੋਲ 2-2 ਚੰਗੇ ਵਿਚਾਰ ਹੋ ਜਾਣਗੇ। ਵਿਚਾਰਾਂ ਦੀ ਦੌਲਤ ਰੁਪਈਆਂ ਦੀ ਦੌਲਤ ਨਾਲੋਂ ਤੇਜ਼ੀ ਨਾਲ ਵੱਧਦੀ ਹੈ ਅਤੇ ਹਰ ਕੋਈ ਅਮੀਰ ਹੋ ਸਕਦਾ ਹੈ ਅਤੇ ਹੋ ਜਾਂਦਾ ਹੈ। ਨੈਕਸਟ, ਹਰਿਮੰਦਰ ਸਾਹਿਬ ਦੀ ਸਰੋਵਰ ਦੀ ਪਹਿਲੀ ਕਾਰ ਸੇਵਾ 1923 ਵਿੱਚ ਉਦੋਂ ਹੋਈ ਸੀ ਜਦੋਂ ਗੁਰਦੁਆਰਾ ਸੁਧਾਰ ਲਹਿਰ ਜ਼ੋਰਾਂ 'ਤੇ ਸੀ। ਜਦੋਂ ਕਾਰ ਸੇਵਾ ਚੱਲ ਰਹੀ ਸੀ ਤਾਂ ਭਾਰਤ ਦੇ ਕਈ ਹਿੱਸਿਆਂ ਵਿੱਚੋਂ ਕਾਰ ਸੇਵਾ ਲਈ ਜਥੇ ਪਹੁੰਚੇ ਸਨ। ਉਸ ਸਮੇਂ ਅੰਮ੍ਰਿਤਸਰ ਦਾ ਇੱਕ ਮੁਸਲਮਾਨ ਕਵੀ 25-30 ਪਤਵੰਤੇ ਮੁਸਲਮਾਨ ਸਾਥੀਆਂ ਨੂੰ ਨਾਲ ਲੈ ਕੇ ਕਾਰ ਸੇਵਾ ਲਈ ਪਹੁੰਚਿਆ ਸੀ। ਸਿੱਖਾਂ ਨੇ ਬੜੀ ਆਓ ਭਗਤ ਕੀਤੀ। ਮੁਸਲਮਾਨਾਂ ਨੇ ਅਜੇ 2-2 ਤਸਲਿਆਂ ਦੀ ਹੀ ਸੇਵਾ ਕੀਤੀ ਸੀ ਕਿ ਸਿੱਖ ਸੱਜਣਾ ਨੇ ਅੱਗੇ ਹੋ ਕੇ ਮੁਸਲਮਾਨ ਭਰਾਵਾਂ ਦੇ ਹੱਥ ਫੜ ਲਏ ਅਤੇ ਕਿਹਾ ਕਿ ਤੁਹਾਡੇ ਭਾਈਚਾਰਕ ਪਿਆਰ ਅਤੇ ਸਹਿਯੋਗ ਦੇ ਜਜ਼ਬੇ ਨੇ ਸਾਡੇ ਦਿਲ ਮੋਹ ਲਏ ਹਨ। ਤੁਸੀਂ ਸਾਨੂੰ ਬੇਮੁੱਲ ਖਰੀਦ ਲਿਆ ਹੈ। ਤੁਹਾਡੀ ਨਮਾਜ਼ ਦਾ ਵੇਲਾ ਹੋ ਗਿਆ। ਤੁਸੀਂ ਅੱਜ ਇੱਥੇ ਹਰਿਮੰਦਰ ਦੇ ਅੰਦਰ ਹੀ ਨਮਾਜ਼ ਅਦਾ ਕਰ ਲਓ ਅਤੇ ਸਾਡੇ ਵੱਲੋਂ ਜਲ ਪਾਣੀ ਦੀ ਸੇਵਾ ਕਬੂਲ ਕਰੋ। ਉਸ ਵੇਲੇ ਬੜਾ ਅਦਭੁਤ ਦ੍ਰਿਸ਼ ਬਣਿਆ ਹੋਇਆ ਸੀ ਕਿਉਂਕਿ ਹਰਿਮੰਦਰ ਵਿੱਚ ਨਮਾਜ਼ ਅਦਾ ਹੋ ਰਹੀ ਸੀ ਅਤੇ ਮਸਜਿਦ ਵਿੱਚੋਂ ਕੀਰਤਨ ਦੀ ਆਵਾਜ਼ ਆ ਰਹੀ ਸੀ। ਧੰਨਵਾਦ।